ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਕੱਤਕ ਕੀ ਵਿਸਾਖ, ਭਾਗ ਦੂਜਾ, ਪੰਨਾ ਨੰਬਰ 29। ਅਸੰਭਵ ਗੱਲਾਂ ਤੇ ਕਈ ਪ੍ਰਕਾਰ ਦੀਆਂ ਭੁੱਲਾਂ। ਭਾਈ ਬਾਲਾ ਇਸ ਤਰ੍ਹਾਂ ਲਿਖਵਾਉਂਦਾ ਹੈ। ਤਾਂ ਮਰਦਾਨੇ ਕਹਿਆ, ਇਹ ਤਾਂ ਬੱਗਾ ਜਿਹਾ ਹੈ। ਤਾਂ ਫੇਰ ਗੁਰੂ ਨਾਨਕ ਜੀ ਨੇ ਕਹਿਆ, ਮਰਦਾਨਿਆਂ ਬੱਗੀ ਬਰਫ਼ ਹੈ, ਇੱਥੇ ਆਦਮੀ ਪੈਰ ਰੱਖਦਾ ਹੈ ਤਾਂ ਗਲ ਜਾਂਦਾ ਹੈ। ਮਾਲੂਮ ਹੁੰਦਾ ਹੈ ਕਿ ਲਿਖਣ ਵਾਲੇ ਨੂੰ 5 ਪਾਂਡਵਾਂ ਦੀ ਸਾਖੀ ਯਾਦ ਆ ਗਈ ਹੋਵੇਗੀ ਜੋ ਹਿਮਾਚਲ ਬਰਫ਼ ਵਿੱਚ ਜਾ ਕੇ ਗਲ ਮੋਏ ਸਨ। ਪਰ ਸਾਡੇ ਲਿਖਾਰੀ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਬਰਫ਼ ਵਿੱਚ ਆਦਮੀ ਗਲਦਾ ਨਹੀਂ, ਸਰਦੀ ਨਾਲ ਸੁੰਨ ਆ ਕੇ ਮਰ ਭਾਵੇਂ ਜਾਵੇ ਪਰ ਗਲੇਗਾ ਨਹੀਂ। ਕਈ ਅਜਿਹੀਆਂ ਮਿਸਾਲਾਂ ਮੌਜੂਦ ਹਨ ਜੋ ਦੱਸਦੀਆਂ ਹਨ ਕਿ ਅੰਗਰੇਜ਼ ਅਤੇ ਕਈ ਹੋਰ ਸ਼ੌਕੀਨ ਹਿਮਾਚਲ ਦੀ ਉੱਚੀ ਚੋਟੀ ਵੇਖਣ ਵਾਸਤੇ ਕਈ ਦਿਨ ਬਰਫ਼ ਉੱਤੇ ਹੀ ਤੁਰਦੇ ਗਏ ਤੇ ਮਹੀਨਿਆਂ ਪਿੱਛੋਂ ਚੰਗੇ ਭਲੇ ਨਵੇਂ ਨਰੋਏ ਮੁੜ ਆਏ। ਉੱਤਰੀ ਤੇ ਦੱਖਣੀ ਧਰੁਵਾਂ ਨਾਲੋਂ ਵੱਧ ਕੇ ਬਰਫ਼ ਕਿੱਥੇ ਹੋਣੀ ਹੈ। ਪਰ ਅਜੇ ਥੋੜਾ ਹੀ ਚਿਰ ਹੋਇਆ ਹੈ ਕਿ ਕਮਾਂਡਰ ਪੈਰੀ ਤੇ ਡਾਕਟਰ ਕੁੱਕ ਉੱਤਰੀ ਧਰੁਵ ਤੋਂ ਹੋ ਕੇ ਆਏ ਹਨ। ਮਿਸਟਰ ਸ਼ੈਕਲਟਨ ਦੀ ਦੱਖਣੀ ਧਰੁਵ ਵਾਲੀ ਮੁਹਿੰਮ ਅਜੇ ਪਰਸੋਂ ਦੀ ਗੱਲ ਹੈ ਤੇ ਅੱਜ ਕੱਲ੍ਹ ਵੀ ਇੱਕ ਜਾਪਾਨੀਆਂ ਦੀ ਐਕਸਪੈਡੀਸ਼ਨ ਤਿਆਰ ਹੋ ਰਹੀ ਹੈ। ਹੋਰ ਸੁਣੋ। ਮਦੀਨੇ ਦੀ ਸਾਖੀ ਵਿੱਚ ਗੁਰੂ ਨਾਨਕ ਜੀ ਆਖਦੇ ਹਨ, ਮਰਦਾਨਾ ਅਜੇ ਮੁਹੰਮਦ ਵੱਤ ਜਨਮ ਆਵਣਾ ਹੈ, 63 ਗੁਣਾ ਦੇ ਵਿੱਚੇ ਆਹ ਵਿੱਚੋਂ ਨਿਕਲਿਆ ਨਹੀਂ। ਉਸ ਫੇਰ ਹਿੰਦੂ ਦੇ ਜਨਮ ਆਵਣਾ ਹੈ, 1500 ਬਰਸ ਉਸ ਦੀ ਭਿਸ਼ਤ ਵਿੱਚ ਆਰਬਲਾ ਹੈ। 1500 ਵਰਾ ਪੂਰੀ ਹੋਸੀ ਤਾਂ ਉਹ ਫੇਰ ਹਿੰਦੂ ਦੇ ਘਰ ਜਨਮ ਲੈਸੀ, ਪਰ ਸ਼ੂਦਰ ਦੇ ਘਰ। ਉਸ ਤਾਈਂ ਪੂਰਨ ਸਤਿਗੁਰੂ ਪਰਲੋਕੀ ਮਿਲੇਗਾ ਤਾਂ ਉਸ ਦਾ ਜਨਮ ਮਰਨ ਤੇ ਰਹਿਤ ਹੋਵੇਗਾ, ਉਸ ਵਿੱਚ ਜਿਰਾਂਦ ਬਹੁਤ ਆਹੀ। ਪਰ ਪੂਰਾ ਉਸ ਤਾਈਂ ਕੋਈ ਨਹੀਂ ਮਿਲਿਆ, ਇੱਕ ਜਨਮ ਉਸ ਦਾ ਰਹਿੰਦਾ ਹੈ। ਇਸ ਲੇਖ ਉੱਤੇ ਕਿਸੇ ਟਿੱਪਣੀ ਦੀ ਲੋੜ ਨਹੀਂ। ਇਹ ਲੇਖ ਆਪ ਹੀ ਸਿੱਧ ਕਰ ਰਿਹਾ ਹੈ ਕਿ ਮੈਂ ਝੂਠਾ ਹਾਂ। ਲਿਖਣ ਵਾਲੇ ਦਾ ਭਾਵ ਇਹ ਜਾਪਦਾ ਹੈ ਕਿ ਕਿਸੇ ਦੀ ਨਿੰਦਾ ਬਾਲੇ ਦੇ ਮੂੰਹੋਂ ਅਤੇ ਕਿਸੇ ਦੀ ਗੁਰੂ ਨਾਨਕ ਜੀ ਦੇ ਮੂੰਹੋਂ ਕਰਵਾਉਂਦਿਆਂ ਤੇ ਆਪ ਨਿਰਲੇਪ ਦਾ ਨਿਰਲੇਪ ਰਿਹਾ, ਪਰ ਇਸ ਵਿੱਚ ਉਸਨੇ ਸਖਤ ਭੁੱਲ ਕੀਤੀ ਹੈ। ਉਸ ਦੀ ਰੇਤ ਦੀ ਕੰਧ ਇਸ ਲੇਖ ਨਾਲ ਸਾਰੀ ਦੀ ਸਾਰੀ ਹੀ ਲੜਖੜਾ ਕੇ ਭੁੰਜੇ ਜਾ ਪੈਂਦੀ ਹੈ। ਸੋਚਣ ਦੀ ਗੱਲ ਹੈ ਕਿ ਜਦ ਗੋਂਦੇ ਦੀ ਔਲਾਦ ਤੇ ਹੋਰ ਬ੍ਰਾਹਮਣਾਂ ਨੇ ਗੁਰੂ ਅਮਰਦਾਸ ਜੀ ਦੇ ਉਲਟ ਸ਼ਿਕਾਇਤ ਕੀਤੀ ਸੀ ਤਾਂ ਉਹ ਬਾਦਸ਼ਾਹ ਪਾਸ ਜਨਮ ਸਾਖੀ ਦੇ ਇਸ ਲੇਖ ਨੂੰ ਵੀ ਪੇਸ਼ ਕਰ ਸਕਦੇ ਸਨ, ਜਿਸ ਨਾਲ ਉਹਨਾਂ ਦਾ ਪਾਸਾ ਭਾਰਾ ਹੋ ਜਾਂਦਾ। ਜਦ ਲੁੱਤੀਆਂ ਲਾਉਣ ਵਾਲਿਆਂ ਨੇ ਬਾਦਸ਼ਾਹ ਨੂੰ ਕਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਮਤਾਂ ਦੀ ਨਿੰਦਾ ਲਿਖੀ ਹੈ, ਪਰ ਅੰਤ ਉਹ ਝੂਠੇ ਹੋਏ ਸਨ, ਤਦ ਉਹਨਾਂ ਆਪਣੇ ਦਾਅਵੇ ਨੂੰ ਪੱਕਾ ਕਰਨ ਵਾਸਤੇ ਜਨਮ ਸਾਖੀ ਦੇ ਇਸ ਲੇਖ ਨੂੰ ਕਿਉਂ ਪੇਸ਼ ਨਾ ਕਰ ਦਿੱਤਾ। ਚੰਦੂ ਸੁਆਹੀ ਗੁਰੂ ਅਰਜਨ ਜੀ ਨੂੰ ਇਹ ਹੀ ਆਖਦਾ ਰਿਹਾ ਕਿ ਹਜ਼ਰਤ ਮੁਹੰਮਦ ਜੀ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾ ਦਿਓ, ਪਰ ਇਹ ਉਸਨੇ ਕਿਤੇ ਨਹੀਂ ਕਿਹਾ ਕਿ ਜਨਮ ਸਾਖੀ ਵਿੱਚੋਂ ਵੀ ਇਹ ਲੇਖ ਕੱਢ ਦਿਓ। ਜਦ ਔਰੰਗਜ਼ੇਬ ਨੇ ਰਾਮ ਰਾਏ ਜੀ ਨੂੰ ਮਿੱਟੀ ਮੁਸਲਮਾਨ ਕੀ ਵਾਲਾ ਤੁਕ ਪੁੱਛੀ ਸੀ ਅਤੇ ਉਸਨੇ ਅੱਗੋਂ ਮਿੱਟੀ ਬੇਈਮਾਨ ਕੀ ਆਖ ਦਿੱਤਾ ਸੀ, ਤਦ ਜੇ ਚੋਸ਼ ਹੀ ਲਾਉਣਾ ਸੀ ਤਾਂ ਔਰੰਗਜ਼ੇਬ ਨੇ ਜਨਮ ਸਾਖੀ ਦਾ ਇਹ ਲੇਖ ਹੀ ਕਿਉਂ ਨਾ ਕੱਢ ਕੇ ਵਿਖਾ ਦਿੱਤਾ ਕਿ ਵੇਖੋ ਤੁਹਾਡੇ ਵੱਡੇ ਪੀਰ ਨੇ ਸਾਡੇ ਹਜ਼ਰਤ ਦੀ ਕੈਸੀ ਨਿੰਦਾ ਕੀਤੀ ਹੈ। ਪਰ ਅਸਲ ਗੱਲ ਇਹ ਜਾਪਦੀ ਹੈ ਕਿ ਉਨੀ ਦਿਨੀ ਇਹ ਜਨਮ ਸਾਖੀ ਹੈ ਹੀ ਨਹੀਂ ਸੀ, ਕਿਉਂਕਿ ਜੇਕਰ ਹੁੰਦੀ ਤਾਂ ਇਹ ਲੇਖ ਔਰੰਗਜ਼ੇਬ ਦੀ ਨਜ਼ਰੋਂ ਬਚਿਆ ਨਾ ਰਹਿੰਦਾ। ਮਾਲੂਮ ਇਹ ਹੁੰਦਾ ਹੈ ਕਿ ਜਨਮ ਸਾਖੀ ਔਰੰਗਜ਼ੇਬ ਦੇ ਪਿਛਲੇ ਸਮਿਆਂ ਵਿੱਚ ਸਿੱਖਾਂ ਨੂੰ ਮੁਸਲਮਾਨ ਦੇ ਹੱਥੋਂ ਤੰਗ ਕਰਾਉਣ ਵਾਸਤੇ ਲਿਖੀ ਗਈ ਹੈ। ਹੋਰ ਸੁਣੋ। ਬਿਸਹਰ ਦੇਸ਼ ਦੀ ਸਾਖੀ ਵਿੱਚ ਲਿਖਿਆ ਹੈ, ਮਰਦਾਨੇ ਆਖਿਆ, ਜੀ ਅਸੀਂ ਕਿਸ ਉੱਪਰ ਜਾਂਦੇ ਆਹੇ। ਤਾਂ ਗੁਰੂ ਨਾਨਕ ਜੀ ਮੈਨੂੰ ਆਖਿਆ, ਭਾਈ ਬਾਲਾ ਅਸੀਂ ਕਿਸ ਉੱਪਰ ਜਾਂਦੇ ਆਹੇ। ਤਾਂ ਮੈਂ ਆਖਿਆ, ਜੀ ਤੇਰੀਆਂ ਤੂੰ ਹੀ ਜਾਣ, ਤੈਨੂੰ ਸਭ ਕੁਛ ਨਜ਼ਰ ਆਉਂਦਾ ਹੈ। ਤਾਂ ਗੁਰੂ ਨਾਨਕ ਜੀ ਆਖਿਆ, ਮਰਦਾਨਾ ਅਸੀਂ ਮੱਛੀ ਤੇ ਜਾਂਦੇ ਆਹੇ। ਤਾਂ ਮਰਦਾਨੇ ਆਖਿਆ, ਜੀ ਐਡੀ ਮੱਛੀ ਹੈ। ਤਾਂ ਗੁਰੂ ਨਾਨਕ ਜੀ ਆਖਿਆ, ਮਰਦਾਨਾ 35 ਕੋਹਾਂ ਲੰਮੀ ਹੈ ਅਤੇ 5 ਕੋਹਾਂ ਚੌੜੀ ਹੈ। ਤਾਂ ਮਰਦਾਨੇ ਜੀ ਵਿੱਚ ਗਿਣਤੀ ਖਾਧੀ, ਪਰ ਮੂੰਹੋਂ ਕੁਝ ਆਖੇ ਨਹੀਂ। 3 ਦਿਨ ਅਤੇ 3 ਰਾਤੀ ਮੱਛੀ ਉੱਤੇ ਚਲੇ ਗਏ ਸਹਿਜ ਨਾਲ। ਜਾਂ ਮੱਛੀ ਦਾ ਚਿਹਰਾ ਨਜ਼ਰ ਆਇਆ ਤਾਂ ਮਰਦਾਨਾ ਹੈਰਾਨ ਹੋਏ ਗਿਆ। ਜਾਂ ਮੱਛੀ ਮੂੰਹ ਅੱਡਿਆ ਤਾਂ ਮਰਦਾਨਾ ਕੰਬਿਆ। ਤਾਂ ਮੈਂ ਮਰਦਾਨਿਆਂ ਨੂੰ ਆਖਿਆ, ਅਵੋ ਮਰਦਾਨਾ ਕਿਉਂ ਕੰਬਦਾ ਹੈ।
ਤਾਂ ਮਰਦਾਨੇ ਆਖਿਆ, ਜਜਮਾਨ ਇਹ ਮੱਛੀ ਸਾਨੂੰ ਨਿਗਲਦੀ ਹੈ। ਤਾਂ ਮੈਂ ਗੁੱਸੇ ਹੋਏ ਕਿ ਮਰਦਾਨੇ ਨੂੰ ਆਖਿਆ, ਅਵੋ ਮਰਦਾਨਾ, ਅਜੇ ਤੈਨੂੰ ਪ੍ਰਤੀਤ ਨਹੀਂ ਆਉਂਦੀ। ਤਾਂ ਗੁਰੂ ਨਾਨਕ ਜੀ ਹੈਰਾਨ ਹੋਏ ਗਏ, ਬਿਸਮਾਦ ਹੋਏ ਕਿ ਆਖਿਆ, ਹੇ ਨਿਰੰਕਾਰ, ਤੇਰੀਆਂ ਕੁਦਰਤਾਂ ਤੁਦੇ ਨੂੰ ਬਣ ਆਵਣ। ਇੱਕ ਘੜੀ ਗੁਜ਼ਰੀ ਤਾਂ ਮੱਛੀ ਦੇ ਮੂੰਹੋਂ ਅਨੇਕ ਪ੍ਰਕਾਰ ਦੇ ਭੋਜਨ ਨਿਕਲੇ। ਮਰਦਾਨਾ ਆਪਣੇ ਜੀਅ ਵਿੱਚ ਬਹੁਤ ਖੁਸ਼ੀ ਹੋਇਆ। ਤਾਂ ਗੁਰੂ ਨਾਨਕ ਜੀ ਆਖਿਆ, ਮੱਛੀ ਨੂੰ, ਕੌਣ ਤੂੰ ਹੈ ਭਾਈ? ਅੱਗੇ ਮੱਛ ਨਰ ਆਹਾ। ਮੱਛ ਬੋਲਿਆ, ਜੀ ਮੈਂ ਮੱਛ ਹਾਂ। ਤਾਂ ਗੁਰੂ ਨਾਨਕ ਜੀ ਆਖਿਆ, ਭਾਈ ਜੋ ਤੂੰ ਹੈ ਸੋਈ ਆਖ। ਤਾਂ ਮੱਛ ਬੋਲਿਆ, ਜੀ ਤੂੰ ਨਾਨਕ ਨਿਰੰਕਾਰੀ ਹੈ। ਤਾਂ ਗੁਰੂ ਨਾਨਕ ਜੀ ਆਖਿਆ, ਭਾਈ ਤੂੰ ਕਿਆ ਜਾਣਦਾ ਹੈ? ਤਾਂ ਮੱਛ ਆਖਿਆ, ਜੀ ਤਰੇਤੇ ਯੁੱਗ ਵਿੱਚ ਤੈਂ ਤੇ ਅਸਾਂ ਭਗਤੀ ਕੀਤੀ ਆਹੀ, ਜਿਸ ਤੇ ਅਸਾਂ ਤੇ ਤੁਸਾਂ ਨੂੰ ਜਨਮ ਮਿਲਿਆ। ਤਾਂ ਗੁਰੂ ਨਾਨਕ ਜੀ ਕਹਿਆ, ਭਾਈ ਤੂੰ ਮੱਛ ਕਿਉਂ ਕਰ ਹੋਇਓ? ਤਾਂ ਮੱਛ ਆਖਿਆ, ਜੀ ਅਸੀਂ ਤੁਸੀਂ ਜਨਕ ਬਿਦੇਰੀ ਦੇ ਸੇਵਕ ਆਹੇ ਅਤੇ ਤੂੰ ਬਹੁਤ ਨਜ਼ਦੀਕੀ ਆਹੂੰ। ਤਾਂ ਇੱਕ ਦਿਨ ਤੈਂ ਮੈਨੂੰ ਕੰਮ ਆਖਿਆ ਤਾਂ ਮੈਂ ਤਗਾਫਲੀ ਕੀਤੀ। ਤਾਂ ਤੁਸਾਂ ਮੈਨੂੰ ਆਖਿਆ, ਜਦ ਤੈਨੂੰ ਕੁਝ ਕੰਮ ਆਖਦੇ ਆਹੇ ਤਦ ਤੂੰ ਕਰਦਾ ਨਹੀਂ। ਤਾਂ ਮੇਰੇ ਮੂੰਹੋਂ ਇਤਨੀ ਨਿਕਲ ਗਈ, ਜੋ ਤੂੰ ਕਿਆ ਮੱਛੀ ਦੀ ਤਰ੍ਹਾਂ ਤੜਫਦਾ ਹੈ, ਉਸ ਬਚਨ ਦਾ ਸਦਕਾ ਮੈਨੂੰ ਮੱਛੀ ਹੀ ਕਰਦਾ ਰਿਹਾ ਹੈ ਅਤੇ ਤੈਨੂੰ ਮਨੁੱਖ ਕਰਦਾ ਰਿਹਾ ਹੈ। ਤਾਂ ਗੁਰੂ ਨਾਨਕ ਜੀ ਹੱਸਿਆ। ਹੱਸ ਕਰ ਆਖਿਓਸ, ਆਖ ਭਾਈ ਹੁਣ ਤੂੰ ਕਿਆ ਆਖਦਾ ਹੈ? ਤਾਂ ਮੱਛ ਆਖਿਆ, ਜੀ ਮੈਂ ਤੇਰਾ ਰਾਹ ਉਡੀਕਦਾ ਸੀ, ਜੋ ਮੇਰੇ ਵਾਸਤੇ ਇਹ ਰਾਹੀ ਆਵੇ। ਹੁਣ ਤੂੰ ਆਇਆ ਹੈ। ਤਾਂ ਗੁਰੂ ਨਾਨਕ ਜੀ ਆਖਿਆ, ਤੂੰ ਆਪਣਾ ਮਨੋਰਥ ਆਖ। ਤਾਂ ਮੱਛ ਬੋਲਿਆ, ਜੀ ਤੇਰਾ ਬਚਨ ਪੂਰਾ ਹੋਏ ਮੁੱਕਾ ਹੈ ਅਤੇ ਮੇਰੀ ਵੀ ਖਲਾਸੀ ਹੋਵੇ। ਤਾਂ ਗੁਰੂ ਨਾਨਕ ਜੀ ਆਖਿਆ, ਕਿਉਂ ਉਤਾਵਲਾ ਹੋਣਾ ਹੈ, ਕੱਲ ਤੇਰੀ ਦੇਹ ਛੁਟੇਗੀ। ਮੱਛ ਆਖਿਆ, ਜੀ ਤਿੱਚਰ ਤੁਸੀਂ ਮੇਰੇ ਪਾਸ ਹੀ ਰਹੋ। ਸਾਰੀ ਰਾਤ ਮੱਛ ਦੀ ਪਿੱਠ ਤੇ ਰਹੇ। ਭਲਕ ਹੋਇਆ ਤਾਂ ਸਵਾ ਪਹਿਰ, ਦਿਨ ਚੜੇ ਮੱਛ ਦੀ ਦੇਹ ਛੁਟੀ। ਤਾਂ ਗੁਰੂ ਨਾਨਕ ਜੀ ਕਹਿਆ, ਚੱਲ ਭਾਈ ਮੱਛ, ਅਸੀਂ ਵੀ ਆਏ ਮਿਲहेंगे। ਹੁਣ ਵਿਚਾਰਯੋਗ ਗੱਲ ਇਹ ਹੈ ਕਿ ਕਦੀ ਕੋਈ ਮੱਛ 35 ਕੋਹ ਲੰਮਾ ਅਤੇ 5 ਕੋਹ ਚੌੜਾ ਹੋਇਆ ਵੀ ਹੈ। ਜੇ ਕਦੀ ਸਮੁੰਦਰਾਂ ਵਿੱਚ 5-7 ਇਹੋ ਜਿਹੇ ਮੱਛ ਹੋ ਪੈਣ ਤਦ ਜਹਾਜ਼ਾਂ ਦਾ ਚੱਲਣਾ ਤਾਂ ਰਹਿ ਚੁੱਕੇ। ਵੱਡੀ ਤੋਂ ਵੱਡੀ ਮੱਛੀ ਜੋ ਅੱਜ ਤੀਕ ਪਾਈ ਗਈ ਹੈ ਉਹ ਵੇਲ ਮੱਛੀ ਹੈ। ਪਰ 35 ਕੋਹ ਲੰਮੀ 5 ਕੋਹ ਚੌੜੀ ਵੇਲ ਅੱਜ ਤੀਕ ਕਿਸੇ ਨਹੀਂ ਵੇਖੀ। ਹੈਰਾਨ ਹੋਈਦਾ ਹੈ ਜਦ ਇਸ ਗੱਲ ਦਾ ਖਿਆਲ ਆਉਂਦਾ ਹੈ ਕਿ ਉਸਦੇ ਰਹਿਣ ਵਾਸਤੇ ਪਾਣੀ ਕਿਤਨਾ ਕੁ ਡੂੰਘਾ ਚਾਹੀਦਾ ਹੈ, ਰੋਜ਼ ਦੀ ਖੁਰਾਕ ਕਿੰਨੀ ਕੁ ਹੋਵੇਗੀ। ਜਦ ਅਜਿਹੀ ਮੱਛੀ ਸ਼ਿਕਾਰ ਪਿੱਛੇ ਦੌੜਦੀ ਜਾਂ ਸਮੁੰਦਰ ਵਿੱਚ ਕਲੋਲਾਂ ਕਰਦੀ ਹੋਵੇਗੀ ਤਾਂ ਕਿਤਨਾ ਕੁ ਤੂਫਾਨ ਸਮੁੰਦਰ ਵਿੱਚ ਆਉਂਦਾ ਹੋਵੇਗਾ। ਲਿਖਣ ਵਾਲੇ ਨੇ ਕਿਸੇ ਪੁਰਾਣਕ ਗਪੋੜੇ ਨੂੰ ਜਨਮ ਸਾਖੀ ਵਿੱਚ ਵੀ ਠੱਪ ਦਿੱਤਾ ਹੈ ਅਤੇ ਨਾਲ ਹੀ ਇਹ ਦੱਸਿਆ ਹੈ ਕਿ ਗੁਰੂ ਜੀ ਅਤੇ ਇਹ ਮੱਛ ਤਰੇਤੇ ਵਿੱਚ ਇਕੱਠੇ ਰਹਿ ਚੁੱਕੇ ਸਨ। ਮੱਛ ਦੇ ਕੌੜੇ ਵਾਕ ਨੇ ਮੱਛ ਨੂੰ ਵੀ ਅਤੇ ਗੁਰੂ ਨਾਨਕ ਜੀ ਨੂੰ ਵੀ 84 ਵਿੱਚ ਪਾਇਆ, ਜੋ ਅੱਜ ਤੀਕ ਜੂਨਾ ਭੋਗਦੇ ਤੁਰੇ ਆਉਂਦੇ ਸਨ। ਅਜਿਹੀਆਂ ਸਾਖੀਆਂ ਨੂੰ ਮੰਨਣ ਵਾਲੇ ਜਾਂ ਇਹਨਾਂ ਦੇ ਸੱਚ ਹੋਣ ਉੱਤੇ ਹੱਠ ਕਰਨ ਵਾਲੇ ਇੱਕ ਤਰ੍ਹਾਂ ਨਾਲ ਸਤਿਗੁਰੂ ਨਾਨਕ ਦੇਵ ਜੀ ਦੀ ਅਵੱਗਿਆ ਕਰਦੇ ਹਨ। ਇੱਥੇ ਤਾਂ ਮੈਂ ਮੱਛ ਨਾਲ ਬਾਤਚੀਤ ਹੋਈ, ਇੱਕ ਹੋਰ ਥਾਂ ਗੁਰੂ ਜੀ ਜਨੌਰਾਂ ਨਾਲ ਵੀ ਚਰਚਾ ਕਰਦੇ ਹਨ। ਅਲ ਲਾਚੀਨ ਪਰਬਤ ਦੀ ਸਾਖੀ ਇਸ ਤਰ੍ਹਾਂ ਆਰੰਭ ਹੁੰਦੀ ਹੈ। ਤਾਂ ਅਲ ਲਾਚੀਨ ਪਰਬਤ ਉੱਤੇ ਜਾਏ ਖੜੇ ਹੋਏ। ਤਾਂ ਮਰਦਾਨੇ ਪੁੱਛਿਆ, ਗੁਰੂ ਜੀ ਹੁਣ ਅਸੀਂ ਕਿੱਥੇ ਆਏ? ਤਾਂ ਗੁਰੂ ਨਾਨਕ ਜੀ ਕਹਿਆ, ਮਰਦਾਨਾ ਅਸੀਂ ਅਲ ਲਾਚੀਨ ਪਰਬਤ ਤੇ ਆਏ। ਅਲ ਲਾਚੀਨ ਇਸ ਦਾ ਨਾਮ ਤਾਂ ਪਿਆ ਹੈ ਜੋ ਇਸ ਤੇ ਅਲਲਾਂ ਦਾ ਬਸੇਰਾ ਹੈ, ਉਹ ਜੋ ਅਲਲਾਂ ਪੰਖੀ ਕਹਿੰਦੇ ਹਨ ਅਤੇ ਪ੍ਰਹਿਲਾਦ ਭਗਤ ਦਾ ਰਾਜ ਹੈ। ਟਿਚਰਾਂ ਨੂੰ ਅਲਲਾਂ ਆਏ ਚੌਗਿਰਦ ਘੇਰਾ ਘੱਤਿਆ। ਅਲਲਾਂ ਦਾ ਸਰਦਾਰ ਜੋ ਆਹਾ ਅਲ ਲਾਚੀਨ ਤਿਸ ਬਚਨ ਬੋਲਿਆ। ਅਲਲਾ ਚੀਨ ਆਏ ਪਾਇਆ ਘੇਰਾ, ਕੌਣ ਤੂੰ ਕਹਿ ਕਹੋ ਬਸੇਰਾ। ਕੌਣ ਮਨੋਰਥ ਇਹਾਂ ਆਇਆ, ਕੌਣ ਨਾਮ ਤੂੰ ਕਿਨਹਿ ਪਠਾਇਆ। ਅਲਲਾ ਚੀਨ ਪੁੱਛੈ ਬਾਚਾ, ਪਿੰਡ ਪਾਕਾ ਕੀ ਫਿਰਦਾ ਕਾਚਾ। ਗੁਰੂ ਨਾਨਕ ਜੀ ਵਾਚ, ਅਲਲਾ ਮਿਲ ਕੇ ਪਾਇਆ ਘੇਰਾ, ਹਿਰਦੇ ਭੀਤਰ ਲਿਆ ਬਸੇਰਾ। ਦਰਸ਼ਨ ਕਾਰਨ ਇਹਾਂ ਆਇਆ, ਇੱਕੋ ਨਿਰੰਜਨ ਆਪ ਲਿਆਇਆ। ਫੂਟ ਜਾਏ ਜੇ ਹੋਏ ਕਚਾਇਆ, ਜਬ ਪਾਕ ਤਕ ਠਣਕ ਲਜਾਇਆ। ਸਨ ਅਲਲਾ ਚੀਨ ਨਾਨਕ ਅਰਦਾਸ, ਏਕ ਨਿਰੰਜਨ ਰਾਖੀ ਲਾਜ। ਤਾਂ ਅਲ ਲਾਚੀਨ ਗੁਰੂ ਨਾਨਕ ਜੀ ਦੇ ਚਰਨਾਂ ਉੱਤੇ ਲੱਗਾ ਲੇਟਣ। ਤਾਂ ਗੁਰੂ ਨਾਨਕ ਬਚਨ ਬੋਲਿਆ, ਸੁਣ ਭਾਈ ਅਲ ਲਾਚੀਨ, ਤੁਹਾਡੇ ਦਰਸ਼ਨ ਅਸੀਂ ਆਏ ਆਹੇ, ਭਲਾ ਤੁਮਾਰਾ ਦਰਸ਼ਨ ਪਰਸਨ ਪਾਇਆ। ਅੱਗੋਂ ਅਲ ਲਾਚੀਨ ਬੋਲਿਆ, ਜੀ ਹਮ ਨਿਹਾਲ हुए,
हमक तुम्हें किरतार्थ किया, हमरी नगरी किरतार्थ हुई। ता मर्दाना बोलिया, भाई अल्लाचीन जी, इहा प्रहलाद भगत जो है सो कहाँ है? अल्लाचीन कहिया, भाई इहा ही है, ओह तो हमारा राजा है आदि। इस तो भी अनोखी साखी कल ते नारद वाली है, जो इस तरह आरंभ होंदी है। अगे समुंदर लहरा देंदा आहा। तां मर्दाने आख्या, जी अगे तां समुंदर जहाज भी कोई नाही, राह भी कोई नाही, तू किधर जावेगा? तां गुरु नानक जी आख्या, मर्दाना बोल नाही, पिछे मेरे चले आवो। तां अगे गुरु नानक जी ते पिछे मैं ते मर्दाना ज्यों धरती उत्ते चले जांदे आहे, तिवें समुंदर उपर चले जावीए। तां 5 दिन अते 5 रातां समुंदर विच चले गए, जां अगे देखण तां कल आउंदी है। तां गुरु नानक जी दी नज़र एक डंडा पिया, तां गुरु नानक जी आख्या, डंडा उठाए लै। मर्दाने दौड़ कर गुरु नानक जी दे हथ दिता, तां गुरु नानक जी डंडा अपने हथ विच लीता। गुरु नानक जी दे सामने कल आई, वड्डे दंद अते विकराल स्वरूप करके आई, तां गुरु नानक जी वल घड़ी। ज्यों नज़दीक आई त्यों गुरु नानक जी कल दे मूँह विच डंडा दिता, सो कूकदी नट्ठी। पिछों नारद गुसाई आया, तां गुरु नानक जी आख्या, तू कल नाल खबरदार हो, तां असीं नारद गुसाई नाल खेडीए। कहिया, जी तुसीं कल ताईं क्या आखदे हो? कल तां हुक्म निरंकार दे नाल कार करदी फिरदी है आदि। कि अजे भी इस जन्म साखी ते पुराणां विच कुछ फर्क बाकी है। जिस पुराण विच नारद दा नाम ना आवे, ओह पुराण अधूरा है। इहो सोच शायद इस जन्म साखी दे लिखारी नूं फुरी होवेगी कि किते मेरी जन्म साखी भी अधूरी ना रहे। झट कल अते नारद नूं गुरु जी नाल मिलाया ते चर्चा करवा दित्ती। कुर्बान अजिही जन्म साखी दे लिखण वाले दे अते सदके अजिहियां जन्म साखियां दे मन्नण वालियां दे। समुंदर उत्ते तुरना केवल इत्थे ही नहीं दस्सिया, सिलसिला दीप दी साखी विच भी आउंदा है। फिर गुरु नानक जी सिलसिला दीप नूं चले। समुंदरों समुंदर पानी उत्ते ज्यों धरती उत्ते जाईदा है, तिवें पानी उत्ते चले गए। जिथे गुरु नानक देव जी दी खुशी आवे बह जावे। जद शहर पास अपड़े तां मर्दाने दे पुछण करके गुरु जी उत्तर देंदे हन, मर्दाना इस शहर दा नाम ब्रह्मपुर है अते इत्थों दा राजा ब्राह्मण है अते नाम मदर बैन है। हैरान होके लिखना पैंदा है कि सिलमिला दीप दा टापू अज कल कोई नहीं मिलदा। मन लवो कि नाम बदल गया होवेगा, पर इस गल दा तां सबूत चाहिए कि उस टापू विच कोई शहर ब्रह्मपुर सी ते उत्थों दा राजा ब्राह्मण अते नाम दा मदर बैन सी। इस गल दा कोई रौला नहीं कि गुरु नानक जी दे वेले भारत वर्ष दे खास खास हिस्सियां तो बिना दुनिया भर दे किसे टापू विच किसे हिंदू दा राज नहीं सी। फिर ब्राह्मण तां हिंदुस्तान विच भी किते राज नहीं करदे सन। पता नहीं लिखण वाले ने ऐसी तुलवी गप किस हौसले ते मारी। दुनिया दे हर तपे दे इतिहास वड्डे विस्तार नाल लिखे होए मिलदे हन, पर बिना इस जन्म साखी दे किते भी ब्राह्मणा दी बादशाही दा जिक्र नहीं आउंदा। पर गप अजे इत्थे भी नहीं मुक्की। अगे चल के लिखण वाले ने फसाना आजाद दे करता नूं भी मात कर दिता है। भाई बाला लिखवाउंदा है, मैं फेर पुछया, राजा जी इहां केते राजे राज करते हैं? तां राजा बोलिया, सुन भाई अतीत, इहां 3 दीप मह 18 राजे राज करते हैं। तां मैं फेर पुछया, जी उन्हां राजियां दा नाम क्या है? तां राजे मदर बैन कहा, सुन भाई अतीत, कंवल नैन, मदर बैन, सुदरसैन, बीर सुखचैन, असरा पनाह, सागर सैन, बीर मैन, लाल नैन, राय ऐन, सुख सागर, नागा परमराम, राजा अटका कटका, सुध संभाल का, बुद्ध विवेक बालका, राज नैन जोत, राज बाल सिंगरा, राजा तुरत रंग अते राजा मगन राय। राजियां दी फरिस्त तां खासी लंमी है ते नाम भी चंगे सोहणे जापदे हन, पर वेखण वाली गल यह है कि जद गुरु नानक जी दे वेले हिंदुस्तान दे पास पास दे टापूआं विच हिंदुआं दी वसो ही नहीं सी, तां हिंदू राजे कित्थों होए सन? और दूर देश दीआं टापूआं विच हिंदू राजियां दे राज दा ख्याल करना तां सचमुच ही बेसमझी होवेगी। रह रह के हैरानी इस गल उत्ते आउंदी है कि लिखण वाले नूं इतनीआं गप्पां ठप्पण दा हौसला किस तरह हो गया ते राजियां दे नाम किस सफाई नाल घड़े हन। 10-15
ਲਫ਼ਜ਼ ਲਏ ਤੇ ਉਹਨਾਂ ਨਾਲ ਐਨ ਬੈਨ ਚੈਨ ਨੈਣ ਸੈਣ ਮੈਨ ਕੋਈ ਲਾ ਦਿੱਤਾ, ਬਸ ਰਾਜੇ ਦਾ ਨਾਮ ਬਣ ਗਿਆ। ਲਾਲ ਨੈਣ ਘਟਕਾ ਅਟਕਾ ਸੁੱਧ ਸੰਭਾਲਕਾ ਬੁੱਧ ਵਿਵੇਕ ਬਾਲਕਾ ਤਾਂ ਬਹੁਤ ਹੀ ਅਨੋਖੇ ਨਾਮ ਹਨ, ਪਰ ਤੁਰਤ ਰੰਗ ਸਭ ਨਾਲੋਂ ਵੱਧ ਕੇ ਹੈ। ਮਗਨ ਰਾਏ ਰੱਖਿਆ ਵੀ ਅਖੀਰ ਉੱਤੇ ਹੈ ਤੇ ਸੋਹਣਾ ਵੀ ਇੱਥੇ ਹੀ ਲੱਗਦਾ ਹੈ। ਜਨਮ ਸਾਖੀ ਹੋਵੇ ਇਹੋ ਹੀ ਜਿਹੀ। ਇਹ ਰਾਜੇ ਤਾਂ ਸਣੇ ਹਿੰਦੂਆਂ ਦੇ, ਹੁਣ ਦੇਵਾਂ ਦਾ ਰਾਜ ਵੀ ਸੁਣ ਲੈ। ਮਰਦਾਨੇ ਪੁੱਛਿਆ, ਜੀ ਇਸ ਸ਼ਹਿਰ ਦਾ ਨਾਮ ਕਿਆ ਹੈ? ਤਾਂ ਗੁਰੂ ਨਾਨਕ ਕਹਿਆ, ਇਸ ਸ਼ਹਿਰ ਦਾ ਨਾਮ ਦੇਵ ਗੰਧਾਰ ਹੈ ਅਤੇ ਇੱਥੋਂ ਦਾ ਰਾਜਾ ਦੇਵਲੂਤ ਹੈ। ਇਹ ਦੇਵਾਂ ਦਾ ਬਹੁਤ ਵੱਡਾ ਰਾਜ ਕਰਤਾ ਹੈ। 17 ਲੱਖ ਦੇਵ ਇਸ ਦੇ ਸਲਾਮੀ ਹਨ। ਦੇਵਲੂਤ ਰਾਜਾ ਦੇਵਾਂ ਦਾ ਸ਼ਿਕਾਰ ਖੇਡਣ ਆਇਆ ਸੀ। ਦੇਖੇ ਤਾਂ 3 ਮਨੁੱਖ ਬੈਠੇ ਹਨ, ਤਾਂ ਦੇਵਲੂਤ ਰਾਜਾ ਦੇਖ ਕੇ ਖੁਸ਼ੀ ਹੋਇਆ। ਆਖਿਓ ਭਾਈ, ਇਹ ਖੁਰਾਕ ਸਾਨੂੰ ਅੱਜ ਹੱਥ ਆਈ ਹੈ। 3 ਮਨੁੱਖ ਜੋ ਬੈਠੇ ਹਨ ਸੋ ਸਾਡੀ ਖੁਰਾਕ ਹੈ। ਤੂੰ ਇਹਨਾਂ ਨੂੰ ਪਕੜ ਲਿਆਓ। ਇਹ ਸ਼ਿਕਾਰ ਮੈਨੂੰ ਬਹੁਤ ਮੁੱਦਤ ਪਿੱਛੋਂ ਹੱਥ ਆਇਆ ਹੈ। ਜਾਂ 3 ਦੇਵ ਨੇੜੇ ਆਏ ਤਾਂ ਅੰਧੇ ਹੋਏ ਗਏ। ਹੋਰ ਸਭੋ ਕੁਝ ਨਜ਼ਰੀ ਆਵੇ ਨੇ, ਪਰ ਅਸੀਂ 3 ਨਜ਼ਰ ਨਾ ਆਵੀਏ। ਇਸੇ ਤਰ੍ਹਾਂ ਕਈ ਵਾਰ ਦੇਵ ਆਏ ਅਤੇ ਅੰਨੇ ਹੋਏ। ਅੰਤ ਨੂੰ ਵਜ਼ੀਰ ਦੇਵਾਂ ਦਾ ਸੁੱਧ ਨੀਤ ਨਾਲ ਆਇਆ ਤੇ ਸੁਜਾਖਾ ਰਿਹਾ। ਫੇਰ ਤਾਂ ਸਾਰੇ ਹੀ ਚਰਨੀ ਆ ਪਏ। ਮੁੱਕਦੀ ਗੱਲ ਗੁਰੂ ਜੀ ਉਹਨਾਂ ਉੱਤੇ ਟੁੱਟੇ ਅਤੇ ਕਹਿਆ, ਭਾਈ ਦੇਵਲ, ਤੈਨੂੰ ਅਸਾਂ ਇੱਥੋਂ ਦਾ ਮਸੰਦ ਕੀਤਾ। ਇਸ ਸਾਖੀ ਦੇ ਪੜ੍ਹਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਸਾਰਾ ਮਨ ਦਾ ਹੀ ਗੰਢ ਤੁੱਪ ਹੈ। ਸੱਚ ਦਾ ਇਸ ਵਿੱਚ ਪਰਛਾਵਾਂ ਵੀ ਨਹੀਂ। ਪਰ ਹਾਸਾ ਇਸ ਗੱਲ ਉੱਤੇ ਆਉਂਦਾ ਹੈ ਕਿ ਲਿਖਣ ਵਾਲਾ ਕਿਤੇ ਕਿਤੇ ਅਜਿਹੀ ਸਖਤ ਭੁੱਲ ਕਰ ਜਾਂਦਾ ਹੈ ਕਿ ਉਸ ਦਾ ਸਾਰਾ ਪਾਜ ਖੁੱਲ੍ਹ ਜਾਂਦਾ ਹੈ। ਦ੍ਰਿਸ਼ਟਾਂਤ ਲਈ ਉਤਲੀ ਸਾਖੀ ਹੀ ਲਵੋ। ਇਸ ਵਿੱਚ ਗੁਰੂ ਜੀ ਨੇ ਦੇਵਲੂਤ ਨੂੰ ਮਸੰਦ ਬਣਾਇਆ ਹੈ, ਪਰ ਲਿਖਣ ਵਾਲਾ ਇਤਨਾ ਨਹੀਂ ਸਮਝਦਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਤਾਂ ਕੋਈ ਜਾਣਦਾ ਵੀ ਨਹੀਂ ਸੀ ਕਿ ਮਸੰਦ ਕੀ ਹੁੰਦਾ ਹੈ। ਪਹਿਲੇ ਚਾਰੇ ਸਤਿਗੁਰੂ ਕੇਵਲ ਮੰਜੀਆਂ ਹੀ ਦਿੰਦੇ ਰਹੇ ਸਨ, ਜਿਹਾ ਕਿ ਇਸ ਜਨਮ ਸਾਖੀ ਵਾਲਾ ਆਪ ਸ਼ਿਵ ਨਾਭ ਝੰਡੇ ਬਾਡੀ ਆਦਿ ਦੀਆਂ ਸਾਖੀਆਂ ਵਿੱਚ ਲਿਖਦਾ ਹੈ। ਸੋ ਇਸ ਮਸੰਦ ਪਦ ਤੋਂ ਜੇ ਵਧੀਕ ਨਹੀਂ ਤਾਂ ਘੱਟੋ ਘੱਟ ਇਹ ਤਾਂ ਸਿੱਧ ਹੋ ਜਾਂਦਾ ਹੈ ਕਿ ਇਹ ਜਨਮ ਸਾਖੀ 5ਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਮਗਰੋਂ ਦੀ ਬਣੀ ਹੋਈ ਹੈ। ਇਸ ਰਾਜ ਤੋਂ ਤੁਰ ਕੇ ਗੁਰੂ ਜੀ ਇੱਕ ਹੋਰ ਅਚਰਜ ਰਾਜ ਵੱਲ ਜਾਂਦੇ ਹਨ, ਜਿਸ ਦੀ ਬਾਬਤ ਇਸ ਜਨਮ ਸਾਖੀ ਵਿੱਚ ਇਸ ਤਰ੍ਹਾਂ ਲਿਖਿਆ ਹੈ। ਉੱਥੋਂ ਅੱਗੇ ਪਰਸਨਾਮਾ ਸ਼ਹਿਰ ਮਹੀਨਿਆਂ ਤ੍ਰੇਹੂੰ ਦਾ ਰਾਹ ਆਇਆ। ਮਹੀਨਿਆਂ ਤ੍ਰੇਹੂੰ ਵਿੱਚ ਜਾਏ ਚਹੁੰਚੇ, ਉੱਥੇ ਦਾ ਰਾਜਾ ਤੀਖਣ ਨੈਣ ਆਹਾ। ਬਣ ਮਾਣੂਆਂ ਦਾ ਰਾਜਾ ਆਹਾ ਅਤੇ ਆਪ ਵੀ ਬਣ ਮਾਣੂ ਆਹਾ। ਸਤਿਗੁਰੂ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਨ ਅਤੇ ਮਹੀਨਾ ਤੱਕ ਉਹਨਾਂ ਪਾਸ ਰਹਿੰਦੇ ਹਨ। ਇਸ ਤੋਂ ਅੱਗੇ ਲਿਖਣ ਵਾਲੇ ਮਹਾਤਮਾ ਆਪਣੀ ਗੱਪਾਂ ਦੀ ਪੌੜੀ ਦੇ ਸਿਖਰਲੇ ਡੰਡੇ ਉੱਤੇ ਜਾ ਪੁੱਜਦੇ ਹਨ। ਗੁਰੂ ਜੀ ਬਣਮਾਣੂਆਂ ਦੇ ਦੇਸੋਂ ਤੁਰ ਕੇ ਸਮੁੰਦਰ ਅਤੇ ਟਾਪੂਆਂ ਥਾਣੀ ਲੰਘਦੇ ਹੋਏ ਸਵਰਨਪੁਰ ਪੁੱਜੇ। ਮਰਦਾਨਾ ਕੋਈ ਖਾਣ ਨੂੰ ਚੀਜ਼ ਲੈਣ ਨਗਰੀ ਵਿੱਚ ਗਿਆ। ਜਾਂ ਦੇਖੇ ਤਾਂ ਕਿਆ ਦੇਖੇ, ਜੋ ਸੱਭਾ ਸੁਵਰਨ ਦੀ ਧਰਤੀ ਹੈ, ਜਿੱਥੇ ਕਿੱਥੇ ਸੁਵਰਨ ਹੀ ਨਜ਼ਰ ਆਉਂਦਾ ਹੈ। ਸੋਇਨੇ ਦੇ ਵੱਟੇ ਹਨ, ਸੋਇਨੇ ਦੀ ਡੰਡੀ ਹੈ, ਸੋਇਨੇ ਦੇ ਛਾਬੇ ਹਨ। ਮੁੱਲ ਵੀ ਕੋਈ ਨਾਹੀਂ ਲੈਂਦਾ, ਤੁਰਕ ਦੀ ਜਾਤ ਨਹੀਂ। ਅਤੇ ਉਹ ਜੋ ਉੱਚਾ ਪਹਾੜ ਦੇਖਦਾ ਹੈ, ਉਸਦੇ ਪਰੇ ਸਭ ਸੋਇਨੇ ਦੀ ਧਰਤੀ ਹੈ ਅਤੇ ਪਹਾੜ ਸੋਇਨੇ ਦੇ ਹਨ। ਪਾਠਕ ਜੀ, ਇਸ ਤੋਂ ਵੱਧ ਕੇ ਵੀ ਕੋਈ ਹੋਰ ਗੱਪ ਹੋ ਸਕਦੀ ਹੈ ਜਿੱਥੇ ਸਭ ਕੁਝ ਸੋਇਨੇ ਦਾ ਤੇ ਤੁਰਕ ਦੀ ਜਾਤ ਨਾ ਹੋਵੇ। ਸ਼ੌਕ ਹੀ ਕਰਨਾ ਪੈਂਦਾ ਹੈ ਉਹਨਾਂ ਉੱਤੇ ਜੋ ਅਜਿਹੀਆਂ ਊਟ ਪਟਾਂਗ ਸਾਖੀਆਂ ਇੱਕ ਪਲ ਭਰ ਲਈ ਵੀ ਸੱਚੀਆਂ ਮੰਨ ਲੈਣ। ਸਾਖੀ ਦੇ ਅੰਤ ਉੱਤੇ ਗੱਪ ਦੀ ਵੀ ਹੱਦ ਹੋ ਜਾਂਦੀ ਹੈ। ਸਮਝ ਨਹੀਂ ਆਉਂਦੀ ਕਿ ਲਿਖਣ ਵਾਲੇ ਨੂੰ ਅਜਿਹੀਆਂ ਗੱਪਾਂ ਠੱਪਣ ਦਾ ਹੌਸਲਾ ਕਿੱਕੂ ਹੋਇਆ। ਆਪ ਲਿਖਦੇ ਹਨ, ਤਾਂ ਫੇਰ ਮਰਦਾਨੇ ਪੁੱਛਿਆ, ਜੀ ਇਸ ਰਾਜੇ ਦੀ ਹੱਦ ਕਿੱਥੋਂ ਤੋੜੀ ਹੈ? ਤਾਂ ਗੁਰੂ ਜੀ ਕਿਹਾ, ਮਰਦਾਨਾ 17,700 ਯੋਜਨ ਹੈ। ਐਡਾ ਰਾਜਾ ਹੋਰ ਕਲਯੁਗ ਵਿੱਚ ਕੋਈ ਨਹੀਂ। ਇਹ ਕੱਲੀ ਕਾਲ ਵਿੱਚ ਵੱਡਾ ਰਾਜਾ ਹੈ, ਇਸ ਦੇ ਤੁੱਲ ਕੋਈ ਨਹੀਂ। ਕਿ ਅਜੇ ਵੀ ਪਾਠਕ ਜੀ ਆਪ ਦੇ ਦਿਲ ਵਿੱਚ ਕੋਈ ਸ਼ੰਕਾ ਹੈ ਕਿ ਇਹ ਜਨਮ ਸਾਖੀ ਗੁਰੂ ਅੰਗਦ ਜੀ ਦੇ ਹਜ਼ੂਰ ਨਹੀਂ ਲਿਖੀ ਗਈ? ਅਜਿਹੀਆਂ ਗੱਪਾਂ ਕਿ ਕਵਲ ਨੈਣ ਦੀ ਰਾਜਧਾਨੀ 17,700 ਯੋਜਨ ਅਰਥਾਤ 70,800 ਕੋਹ ਹੈ, ਗੱਪ ਨਹੀਂ ਤਾਂ ਹੋਰ ਕੀ ਹੈ? ਫੇਰ ਇਹ ਕਹਿਣਾ ਕਿ ਕਲਯੁਗ ਵਿੱਚ ਇਸ ਜਿੱਡਾ ਰਾਜਾ ਹੀ ਹੋਰ ਕੋਈ ਨਹੀਂ ਹੋਇਆ, ਇਹ ਸਭਨਾਂ ਤੋਂ ਵੱਡੀ ਗੱਪ ਹੈ। ਬੁੱਧ ਮਤ, ਈਸਾਈ ਅਤੇ ਮੁਸਲਮਾਨ ਬਾਦਸ਼ਾਹ ਸਭ ਮਰ ਗਏ ਤੇ ਰਹਿ ਗਿਆ ਇੱਕ ਕਵਲ ਨੈਣ। ਇਸ ਸਾਖੀ ਵਿੱਚ ਇੱਕ ਆਦਮੀ ਧਰਮ ਸਿੰਘ ਨਾਮ ਵੀ ਆਉਂਦਾ ਹੈ। ਇਹ ਨਾਮ ਜਾਂ ਕਿਸੇ ਰਾਜਪੂਤ ਦਾ ਹੋ ਸਕਦਾ ਹੈ ਜਾਂ ਕਿਸੇ ਅੰਮ੍ਰਿਤਧਾਰੀ ਸਿੰਘ ਦਾ। ਸੋ ਇਸ ਨੂੰ ਜਨਮ ਸਾਖੀ ਵਿੱਚ ਵੇਖ ਕੇ ਇਹ ਜਾਂ
ਸ਼੍ਰੀ ਦਸ਼ਮੇਸ਼ ਜੀ ਦੇ ਵੇਲੇ ਜਾਂ ਉਹਨਾਂ ਦੇ ਮਗਰੋਂ ਬਣਾਈ ਗਈ ਹੈ। ਇੱਕ ਹੋਰ ਗੱਪ ਸੁਣੋ। ਮਰਦਾਨਾ ਮੱਕੇ ਦੇ ਅੰਦਰ ਜਾਂਦਾ ਹੈ ਤੇ ਆ ਕੇ ਦੱਸਦਾ ਹੈ ਕਿ ਮੈਂ ਕਿਆ ਚੌਖਾ ਜੋ ਇੱਕ ਮੂਰਤ ਪੱਥਰ ਦੀ ਵੱਡੀ ਸਾਰੀ ਪਈ ਹੈ, ਹੋਰ ਮੈਂ ਕੁਝ ਨਾ ਡਿੱਠਾ। ਤਾਂ ਗੁਰੂ ਨਾਨਕ ਜੀ ਕਹਿਆ, ਮਰਦਾਨਾ ਇਹ ਮੂਰਤ ਮਹਾਦੇਵ ਦੀ ਹੈ, ਇਹ ਪਾਜ ਰੱਖਦੇ ਹੈ ਨਹੀਂ, ਜੋ ਅੰਦਰ ਜਾਵਣ ਕਿਸੇ ਨੂੰ ਨਹੀਂ ਮਿਲਦਾ ਤੇ ਜਾਣ ਵੀ ਨਹੀਂ ਦਿੰਦੇ ਅਤੇ ਆਪ ਵੀ ਅੱਖੀਆਂ ਬੰਨ੍ਹ ਕੇ ਜਾਂਦੇ ਹਨ। ਇਹ ਵੀ ਕੋਰਾ ਲੂਣ ਹੀ ਥੱਪਿਆ ਹੋਇਆ ਹੈ, ਕਿਉਂਕਿ ਨਾ ਕਾਬੇ ਦੇ ਅੰਦਰ ਮਹਾਦੇਵ ਦੀ ਮੂਰਤ ਹੈ ਤੇ ਨਾ ਹਾਜੀਆਂ ਦੀਆਂ ਅੱਖਾਂ ਹੀ ਬੰਨ੍ਹਦੇ ਹਨ। ਇਹ ਲਿਖਣ ਵਾਲੇ ਨੇ ਕਿਸੇ ਹਿੰਦੂ ਦੇ ਮੂੰਹੋਂ ਗੱਪ ਸੁਣੀ ਹੈ ਅਤੇ ਜਨਮ ਸਾਖੀ ਵਿੱਚ ਥੱਪ ਦਿੱਤੀ ਹੈ। ਹੋਰ ਸੁਣੋ। ਗੁਰੂ ਜੀ ਮਾਰੂਫਰ ਦੇਸ਼ ਜਾਂਦੇ ਹਨ। ਅੱਗੇ ਜਾਏ ਵੇਖਣ ਤਾਂ ਸਭਾ ਧਰਤੀ ਅਤੇ ਪਹਾੜ ਸੋਨੇ ਦੀ ਸਮੱਗਰੀ ਹੈ। ਫੇਰ ਸਿਰਧਾਰ ਪਰਬਤ ਨੂੰ ਜਾਂਦੇ ਹਨ। ਸੁਣ ਮਰਦਾਨਿਆਂ, ਸਿਰਧਾਰ ਪਰਬਤ ਇਸ ਦਾ ਨਾਮ ਇਸ ਵਾਸਤੇ ਹੈ ਜੋ ਇਹ ਸਿਰ ਤਲਵਾਇਆ ਹੈ। ਇੱਥੇ ਰਾਹ ਪੈੜਾ ਕੋਈ ਨਹੀਂ, ਇੱਥੇ ਸੋਈ ਚੌਂਚੇ ਜੋ ਪਵਨ ਅਸਵਾਰ ਹੋਵੇ। ਫੇਰ ਗੁਰੂ ਜੀ ਮੀਨਾ ਪਰਬਤ ਉੱਤੇ ਆਉਂਦੇ ਹਨ। ਮਰਦਾਨੇ ਕਹਿਆ, ਇਹ ਜੋ ਪਹਾੜ ਹੈ ਕਈਆਂ ਲਹਿਰਾਂ ਦਿੰਦਾ ਹੈ, ਨਾ ਜਾਪਦਾ ਹੈ ਜੋ ਸੋਨਾ ਹੈ, ਨਾ ਜਾਪਦਾ ਹੈ ਜੋ ਰੁੱਪਾ ਹੈ, ਨਾ ਜਾਪਦਾ ਹੈ ਜੋ ਮੋਤੀ ਹੈ, ਨਾ ਜਾਪਦਾ ਹੈ ਜੋ ਲਾਲ ਜਵਾਹਰ ਹੈ, ਨਾ ਜਾਪਦਾ ਹੈ ਜੋ ਹੀਰਾ ਪੰਨਾ ਹੈ। ਅਸੀਂ ਇਸ ਪਹਾੜ ਦਾ ਕੁਝ ਮਾਲੂਮ ਨਹੀਂ ਹੁੰਦਾ। ਤਾਂ ਗੁਰੂ ਨਾਨਕ ਜੀ ਕਹਿਆ, ਸੁਣ ਮਰਦਾਨਿਆਂ, ਇਹ ਮੀਨਾ ਇਸੇ ਵਾਸਤੇ ਕਹੀਦਾ ਹੈ ਜੋ ਇਸ ਉੱਤੇ ਕੁਦਰਤ ਦੀ ਮੀਨਾਕਾਰੀ ਹੋਈ ਹੈ। ਅਜਿਹੀਆਂ ਹੋਰ ਵੀ ਕਈ ਸਾਖੀਆਂ ਹਨ ਜਿਨ੍ਹਾਂ ਵਿੱਚ ਮਨ ਘੜਤ ਨਾਵਾਂ ਦੀਆਂ ਮਨ ਘੜਤ ਹੀ ਅਜੀਬ ਅਜੀਬ ਤਸ਼ਰੀਹਾਂ ਹਨ। ਇੱਕ ਹੋਰ ਗੱਲ ਇਸ ਜਨਮ ਸਾਖੀ ਸੰਬੰਧੀ ਸੋਚਣ ਵਾਲੀ ਇਹ ਹੈ ਕਿ ਸਤਿਗੁਰੂ ਜੀ ਜਿਸ ਜਿਸ ਥਾਂ ਗਏ ਹਨ, ਕੀ ਹਰ ਥਾਂ ਦੀ ਬੋਲੀ ਪੰਜਾਬੀ ਹੀ ਸੀ? ਕਈ ਥਾਈਂ ਫਕੀਰਾਂ ਨਾਲ ਫਾਰਸੀ ਬੋਲੀ ਵੀ ਵਰਤੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਜਿੱਥੇ ਜਿੱਥੇ ਗੁਰੂ ਜੀ ਨੇ ਫਾਰਸੀ ਬੋਲੀ ਵਿੱਚ ਗੱਲਾਂ ਕੀਤੀਆਂ ਹਨ, ਉੱਥੇ ਉੱਥੇ ਫਾਰਸੀ ਵਿੱਚ ਹੀ ਭਾਈ ਬਾਲੇ ਨੇ ਗੱਲਾਂ ਲਿਖਵਾਈਆਂ ਅਤੇ ਜਿੱਥੇ ਜਿੱਥੇ ਪੰਜਾਬੀ ਵਿੱਚ ਕੀਤੀਆਂ ਹਨ, ਉੱਥੇ ਉੱਥੇ ਪੰਜਾਬੀ ਵਿੱਚ ਜਨਮ ਸਾਖੀ ਵਾਲਾ ਆਪ ਮੰਨਦਾ ਹੈ ਕਿ ਗੁਰੂ ਜੀ ਲੰਕਾ ਵਿੱਚ ਸ਼ਿਵਨਾਬ ਪਾਸ ਗਏ, ਦੈਂਤਾਂ, ਬਣਮਾਣੂਆਂ ਤੇ ਕਈ ਟਾਪੂਆਂ ਦੇ ਰਾਜਿਆਂ ਪਾਸ ਗਏ, ਮੱਕੇ ਗਏ, ਪਰ ਕੀ ਇੰਨੀ ਸਾਰੀ ਥਾਈਂ ਪੰਜਾਬੀ ਹੀ ਬੋਲੀ ਜਾਂਦੀ ਸੀ? ਮਾਲੂਮ ਅਜਿਹਾ ਹੁੰਦਾ ਹੈ ਕਿ ਲਿਖਣ ਵਾਲਾ ਥੋੜੀ ਫਾਰਸੀ ਜਾਣਦਾ ਸੀ ਅਤੇ ਜਿੱਥੇ ਕਿਤੇ ਮੌਕਾ ਮਿਲਦਾ ਹੈ ਉੱਥੇ ਗੁਰੂ ਜੀ ਦੀ ਬਾਤਚੀਤ ਫਾਰਸੀ ਵਿੱਚ ਲਿਖ ਦਿੰਦਾ ਹੈ। ਪਰ ਚੂੰਕਿ ਲਿਆਕਤ ਬਹੁਤ ਨਹੀਂ ਸੀ ਅਤੇ ਸਾਰੀਆਂ ਗੱਲਾਂ ਫਾਰਸੀ ਵਿੱਚ ਨਿਭਦੀਆਂ ਨਹੀਂ ਸਨ ਦੱਸਦੀਆਂ, ਝੱਟ ਪੰਜਾਬੀ ਵਿੱਚ ਬੋਲਚਾਲ ਹੋਣ ਲੱਗ ਪੈਂਦੀ ਹੈ। ਇਹੋ ਹਾਲ ਫਕੀਰ ਯਾਰ ਅਲੀ ਅਤੇ ਸ਼ੇਖ ਸ਼ਰਫ ਨਾਲ ਹੋਇਆ ਹੈ। ਪਹਿਲਾਂ ਤਾਂ ਫਾਰਸੀ ਵਿੱਚ ਗੱਲਬਾਤ ਹੁੰਦੀ ਹੈ, ਪਰ ਫੇਰ ਝੱਟ ਹੀ ਪੰਜਾਬੀ ਵਿੱਚ। ਹੈਰਾਨੀ ਹੈ ਕਿ ਜਦ ਉਹ ਪਹਿਲਾਂ ਪੰਜਾਬੀ ਨੂੰ ਹੀ ਨਹੀਂ ਸਮਝ ਸਕਦੇ, ਮਗਰੋਂ ਪੰਜਾਬੀ ਦੀ ਕਵਿਤਾ ਨੂੰ ਕੀ ਕੁ ਸਮਝ ਸਕਦੇ ਹੋਣਗੇ। ਇਹੋ ਹਾਲ ਮੱਕੇ ਮਦੀਨੇ ਅਤੇ ਲੰਕਾ ਵੱਲ ਹੈ। ਉਹ ਜਦ ਸਰਲ ਪੰਜਾਬੀ ਨੂੰ ਨਹੀਂ ਸਮਝ ਸਕਦੇ ਤਾਂ ਗੁਰੂ ਜੀ ਦੇ ਸ਼ਬਦਾਂ ਨੂੰ ਕਿਸ ਤਰ੍ਹਾਂ ਸਮਝ ਸਕਦੇ ਹੋਣਗੇ। ਆਓ ਪਾਠਕ ਜੀ ਹੁਣ ਆਪ ਨੂੰ ਅਚਰਜ ਪਹਾੜਾਂ ਦੀ ਸੈਰ ਕਰਵਾਈਏ। ਦੂਜੀ ਉਦਾਸੀ ਅਜਿਹੇ ਪਹਾੜਾਂ ਦੇ ਹੀ ਸਮਾਚਾਰਾਂ ਨਾਲ ਭਰੀ ਪਈ ਹੈ। ਗੁਰੂ ਜੀ ਨੇ ਤਲਵੰਡੀਓਂ ਉਡਾਰੀ ਮਾਰੀ ਅਤੇ ਕਵਲ ਨੈਣ ਦੇ ਦੇਸ ਆ ਗਏ। ਇਹ ਤਲਵੰਡੀਓਂ 52,000 ਕੋਹਾਂ ਅਤੇ ਮੱਕਿਓਂ 2,500 ਕੋਹਾਂ ਤੇ ਹੈ। ਇਸ ਹਿਸਾਬ ਇਹ ਦੇਸ ਕਿਤੇ ਅਫਰੀਕਾ ਵਿੱਚ ਜਾਪਦਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇਹ ਉਹ ਰਾਜਾ ਹੈ ਜਿਸ ਦੇ ਬਰਾਬਰ ਕਲਯੁਗ ਵਿੱਚ ਕੋਈ ਰਾਜਾ ਨਹੀਂ ਸੀ। ਹੁਣ ਸੋਚਣ ਦੀ ਗੱਲ ਹੈ ਕਿ ਕਦੀ ਕੋਈ ਹਿੰਦੂ ਅਫਰੀਕਾ ਵਿੱਚ ਹੋਇਆ ਵੀ ਹੈ? ਜੇ ਕੋਈ ਆਬਾਦੀ ਹਿੰਦੂਆਂ ਦੀ ਅਫਰੀਕਾ ਵਿੱਚ ਨਹੀਂ ਤਾਂ ਹਿੰਦੂ ਰਾਜਾ ਕਿੱਧਰੋਂ ਹੋ ਗਿਆ? ਅਸਲ ਗੱਲ ਇਹ ਹੈ ਕਿ ਬੇਤੁਕੀਆਂ ਲਾਉਣ ਵਾਲੇ ਕਦੀ ਇਹ ਸੋਚ ਨਹੀਂ ਕਰਦੇ ਕਿ ਅਸੀਂ ਕੀ ਕੁਝ ਲਿਖ ਰਹੇ ਹਾਂ ਅਤੇ ਕਿਹੜੇ ਰਾਹ ਜਾ ਰਹੇ ਹਾਂ, ਪਰ ਐਸੀਆਂ ਗੱਲਾਂ ਨਾਲ ਸਾਨੂੰ ਬਹੁਤਾ ਵਾਸਤਾ ਨਹੀਂ, ਅਸੀਂ ਅੱਗੇ ਤੁਰਦੇ ਹਾਂ। ਇਸ ਵਿਲਾਇਤ ਦਾ ਨਾਮ ਮਾਰੂਫਰ ਦੇਸ ਹੈ। ਧਰਤੀ ਅਤੇ ਪਹਾੜ ਸੋਨੇ ਦੇ ਹਨ ਅਤੇ ਪਹਾੜਾਂ ਵਿੱਚੋਂ ਕੁਦਰਤੀ ਰਸ ਵਹਿੰਦੀ ਹੈ। ਆਦਮੀ ਦੀ ਜਾਤ ਨਹੀਂ। ਇਹ ਸੁਣ ਕੇ ਇੱਕ 6-7 ਵਰ੍ਹਿਆਂ ਦਾ ਬਾਲ ਵੀ ਪੁੱਛੇਗਾ ਕਿ ਜੇ ਸਾਰਾ ਦੇਸ਼ ਹੀ ਨਿਰਜੀਵ ਹੈ ਤਾਂ ਕਵਲ ਨੈਣ ਰਾਜਾ ਢੀਮਾਂ ਦਾ ਹੋਇਆ। ਕਿਸੇ ਨੇ ਸੱਚ ਕਹਿਆ ਹੈ ਕਿ ਝੂਠ ਬੋਲਣ ਵਾਲੇ ਨੂੰ ਆਪਣੇ ਅੱਗੇ ਪਿੱਛੇ ਦਾ ਕੁਝ ਪਤਾ ਨਹੀਂ ਰਹਿੰਦਾ, ਸੋ ਇਹੋ ਹਾਲ ਇੱਥੇ ਜਾਪਦਾ ਹੈ। ਇੱਕ ਥਾਂ ਤਾਂ ਇਸ ਦੇਸ਼ ਨੂੰ ਆਦਮੀਆਂ ਨਾਲ ਭਰਪੂਰ ਦੱਸਿਆ ਹੈ, ਪਰ ਹੁਣ ਆਖਦੇ ਹਨ ਕਿ ਇੱਥੇ ਆਦਮੀ ਦੀ ਜਾਤ ਨਹੀਂ। ਇਹ ਕਸੂਰ ਲਿਖਣ ਵਾਲੇ ਦਾ ਨਹੀਂ, ਇਹ ਝੂਠ ਦਾ ਸੁਭਾਅ ਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਬਦੋ-ਬਦੀ ਵਹਿ ਪੈਂਦਾ ਤੇ ਅਗਲਾ ਪਿਛਲਾ ਸਾਰਾ ਪਰਦਾ ਉਘੇੜ ਦਿੰਦਾ ਹੈ, ਪਰ ਅਸੀਂ ਅੱਗੇ ਚੱਲਦੇ ਹਾਂ। ਗੁਰੂ ਜੀ ਉਡਾਰੀ ਲੈ ਕੇ ਮਾਰੂਫਰ ਦੇਸ ਤੋਂ ਹਿਮਾਚਲ ਉੱਤੇ ਆਏ ਅਤੇ ਹਿਮਾਚਲੋਂ ਸਿਰਦਾਰ ਉੱਤੇ ਗਏ। ਮਰਦਾਨੇ ਪੁੱਛਿਆ, ਗੁਰੂ ਜੀ ਇੱਥੇ ਤਾਂ ਸੂਰਜ ਨਜ਼ਰ ਨਹੀਂ ਆਵਦਾ,
ਅਸੀਂ ਕਿੱਥੇ ਆਏ ਪਏ ਆਏ। ਤਾਂ ਗੁਰੂ ਜੀ ਬਚਨ ਕੀਤਾ ਅਸੀਂ ਸੂਰਜ ਤੋਂ ਉੱਤੋਂ ਆਏ ਹਾਂ। ਤਾਂ ਗੁਰੂ ਜੀ ਬਚਨ ਕੀਤਾ ਅਸੀਂ ਸੂਰਜ ਤੋਂ ਉੱਤੇ ਆਏ ਆਹੇ। ਤਾਂ ਫਿਰ ਮਰਦਾਨੇ ਕਹਿਆ ਜੀ ਅਸੀਂ ਸੂਰਜ ਤੋਂ ਕਿਤਨਾ ਉੱਪਰ ਆਏ ਆਹੇ। ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਿਆ ਅਸੀਂ ਸੂਰਜ ਪਾਸੋਂ 2000 ਯੋਜਨ ਉੱਪਰ ਆਏ ਆਹੇ। ਤਾਂ ਫਿਰ ਮਰਦਾਨੇ ਪੁੱਛਿਆ ਜੀ ਜਿਸ ਧਰਤੀ ਅਸੀਂ ਵਸਦੇ ਆਏ ਉੱਥੋਂ ਸੂਰਜ ਕਿਤਨਾ ਉੱਚਾ ਹੈ। ਤਾਂ ਗੁਰੂ ਜੀ ਕਹਿਆ ਮਰਦਾਨਿਆ ਉੱਥੋਂ 5000 ਯੋਜਨ ਉੱਚਾ ਹੈ। ਮਰਦਾਨੇ ਕਹਿਆ ਗੁਰੂ ਜੀ ਚੰਦ ਕਿਉਂ ਦਿਸ ਆਉਂਦਾ ਹੈ। ਤਾਂ ਗੁਰੂ ਨਾਨਕ ਜੀ ਕਹਿਆ ਜਿਤਨਾ ਧਰਤੀ ਕੋਲੋਂ ਸੂਰਜ ਉੱਚਾ ਹੈ ਤਿਤਨਾ ਸੂਰਜ ਕੋਲੋਂ ਚੰਦਰਮਾ ਕਿਤਨੇ ਜੇਜਨ ਉੱਚਾ ਹੈ। ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਾ 50,000 ਯੋਜਨ ਉੱਚਾ ਹੈ। ਚੰਦ ਅਤੇ ਸੂਰਜ ਦੇ ਫਾਸਲੇ ਬਾਬਤ ਜੋ ਕੁਝ ਲਿਖਣ ਵਾਲੇ ਨੇ ਭੁੱਲ ਕੀਤੀ ਹੈ ਉਸ ਬਾਬਤ ਸਭ ਕੁਝ ਹੀ ਪੁਸਤਕ ਦੇ ਅਖੀਰ ਵਿੱਚ ਚੱਲ ਕੇ ਦੱਸਿਆ ਜਾਵੇਗਾ। ਸਿਰਧਾਰ ਪਰਬਤ ਤੋਂ ਗੁਰੂ ਜੀ ਊਨਾ ਪਰਬਤ ਉੱਤੇ ਆਏ ਅਤੇ ਮਰਦਾਨੇ ਦੇ ਪੁੱਛਣ ਕਰਕੇ ਗੁਰੂ ਜੀ ਦੱਸਦੇ ਹਨ ਮਰਦਾਨਿਆ ਅਸੀਂ 15,000 ਯੋਜਨ ਆਏ ਧਰਤੀ ਦੇ ਉੱਤੇ। ਤਾਂ ਫਿਰ ਮਰਦਾਨੇ ਪੁੱਛਿਆ ਗੁਰੂ ਜੀ ਚੰਦਰਮਾ ਅੱਗੇ ਹੈ। ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਿਆ ਇੱਥੋਂ 18,000 ਯੋਜਨ ਉੱਚਾ ਹੈ ਚੰਦਰਮਾ। ਪਹਿਲੀ ਭੁੱਲ ਲਿਖਣ ਵਾਲੇ ਨੇ ਇੱਥੇ ਹੀ ਕੀਤੀ ਹੈ। ਸਿਰਧਾਰ ਪਰਬਤ ਦੀ ਸਾਖੀ ਵਿੱਚ ਲਿਖਿਆ ਹੈ ਕਿ ਸੂਰਜ ਧਰਤੀ ਤੋਂ 25,000 ਯੋਜਨ ਉੱਚਾ ਹੈ ਅਤੇ ਅਸੀਂ ਸੂਰਜ ਤੋਂ ਵੀ 2,000 ਯੋਜਨ ਉੱਪਰ ਆ ਗਏ ਹਾਂ। ਪਰ ਜਦ ਸਿਰਧਾਰ ਤੋਂ ਵੀ ਉੱਚੇ ਹੋ ਜਾਂਦੇ ਹਨ ਤਦ ਕਹਿੰਦੇ ਹਨ ਕਿ ਅਸੀਂ ਧਰਤੀ ਤੋਂ 15,000 ਯੋਜਨ ਉੱਚੇ ਆਏ ਹਾਂ। ਇਹ ਵੀ ਚੰਗਾ ਹਿਸਾਬ ਹੈ। ਚਾਹੀਦਾ ਤਾਂ ਇਹ ਸੀ ਕਿ 27,000 ਤੋਂ ਕੁਝ ਵਧੇਰਾ ਫਾਸਲਾ ਹੁੰਦਾ ਪਰ ਇੱਥੇ ਤਾਂ ਸਗੋਂ 12,000 ਯੋਜਨ ਦਾ ਘਾਟਾ ਪੈਂਦਾ ਹੈ। ਭਾਵੇਂ ਛਾਪੇਖਾਨੇ ਵਾਲਿਆਂ ਨੇ ਅੱਗੋਂ ਪਿੱਛੋਂ ਵੇਖ ਕੇ 15,000 ਦੀ ਥਾਂ 32,000 ਕਰ ਦਿੱਤਾ ਹੈ ਪਰ ਲਿਖਤ ਦੀਆਂ ਜਨਮ ਸਾਖੀਆਂ ਵਿੱਚ 15,000 ਹੀ ਹੈ। ਅਗਲੀ ਉਡਾਰੀ ਵਿੱਚ ਗੁਰੂ ਜੀ ਸਿਲਕਾ ਪਰਬਤ ਉੱਤੇ ਅੱਪੜਦੇ ਹਨ। ਇਹ ਪਰਬਤ ਧਰਤੀ ਤੋਂ 52,000 ਯੋਜਨ ਅਤੇ ਊਨਾ ਪਰਬਤ ਤੋਂ 10,000 ਯੋਜਨ ਹੇਠਾਂ ਹੈ। ਤੱਦੇ ਤਾਂ ਮਰਦਾਨਾ ਪੁੱਛਦਾ ਹੈ ਗੁਰੂ ਜੀ ਚੰਦਰਮਾ ਹੁਣ ਨਾ ਹੀ ਨਜ਼ਰ ਆਉਂਦਾ। ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਿਆ ਹੇਠ ਦੇਖ। ਮਰਦਾਨਾ ਲੱਗਾ ਹੇਠ ਦੇਖਣ। ਦੇਖੇ ਤਾਂ ਚੰਦਰਮਾ ਹੇਠ ਨਜ਼ਰ ਆਉਂਦਾ ਹੈ। ਇੱਥੇ ਵੀ ਲਿਖਣ ਵਾਲੇ ਨੇ ਅਜਬ ਗਲਤੀ ਖਾਧੀ ਹੈ। ਇੱਕ ਥਾਂ ਲਿਖਿਆ ਹੈ ਕਿ ਅਸੀਂ 10,000 ਯੋਜਨ ਉੱਪਰ ਆਏ ਹਾਂ ਪਰ ਦੂਜੇ ਹਿਸਾਬ ਨਾਲ ਪਤਾ ਲੱਗਦਾ ਹੈ ਕਿ 20,000 ਯੋਜਨ ਉੱਪਰ ਆਏ ਹਨ ਕਿਉਂਕਿ ਊਨਾ ਪਰਬਤ ਤੋਂ ਚੰਦਰਮਾ 18,000 ਯੋਜਨ ਹੈ ਤੇ ਚੰਦਰਮਾ ਤੋਂ ਸਿਲਕਾ ਪਰਬਤ 2,000 ਯੋਜਨ। ਅਥਵਾ ਇਉਂ ਆਖੋ ਕਿ ਇੱਕ ਥਾਂ ਫਾਸਲਾ 10,000 ਹੈ ਤੇ ਦੂਜੀ ਥਾਂ 20,000। ਸਾਫ਼ ਸਿੱਧ ਹੈ ਕਿ ਕਿਸੇ ਅੱਖਾਂ ਮੀਟੇ ਨੇ ਇਹ ਗੱਲਾਂ ਲਿਖੀਆਂ ਹਨ। ਐਡੀਆਂ ਸਿੱਧੀਆਂ ਭੁੱਲਾਂ ਤਾਂ ਇੱਕ ਅਣਜਾਣ ਪਾਸੋਂ ਵੀ ਨਹੀਂ ਹੋ ਸਕਦੀਆਂ। ਪਤਾ ਨਹੀਂ ਲੋਕੀ ਇਹ ਕਿਹਕੂ ਆਖ ਦਿੰਦੇ ਹਨ ਕਿ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਲਿਖੀ ਗਈ। ਕਿ ਇਸ ਤਰ੍ਹਾਂ ਆਖਣ ਵਾਲੇ 10 ਗੁਰੂ ਸਾਹਿਬਾਨ ਨੂੰ ਅਭੁੱਲ ਮੰਨ ਰਹੇ ਹਨ। ਅਜਿਹੀਆਂ ਭੁੱਲਾਂ ਭਰੀਆਂ ਜਨਮ ਸਾਖੀਆਂ ਗੁਰੂ ਜੀ ਦੇ ਨਾਮ ਨਾਲ ਮੜਨੀਆਂ ਸਤਿਗੁਰੂ ਜੀ ਦੀ ਬੇਅਦਬੀ ਕਰਨੀ ਹੈ। ਸਿਲਕਾ ਤੋਂ ਗੁਰੂ ਜੀ ਉੱਡੇ ਤਾਂ ਊਨਾ ਪਰਬਤ ਉੱਤੇ ਆਣ ਪਹੁੰਚੇ। ਇਹ ਪਰਬਤ ਧਰਤੀ ਤੋਂ 99,000 ਯੋਜਨ ਅਤੇ ਸਿਲਕਾ ਤੋਂ 47,000 ਯੋਜਨ ਉੱਚਾ ਹੈ। ਸਿੱਧ ਮੰਡਲੀ ਨਾਲ ਤਾਂ ਉਦੋਂ ਦੀ ਹੀ ਗੋਸ਼ਟ ਤੁਰੀ ਹੋਈ ਹੈ ਜਦ ਦਾ ਸਤਿਗੁਰੂ ਜੀ ਨੇ ਪਹਾੜਾਂ ਵਿੱਚ ਪ੍ਰਵੇਸ਼ ਕੀਤਾ ਹੈ। ਪਰ ਇਸ ਪਰਬਤ ਉੱਤੇ ਆ ਕੇ ਇੱਕ ਅਚਰਜ ਗੱਲ ਖੁੱਲਦੀ ਹੈ। ਚਰਪਟ ਆ ਕੇ ਗੁਰੂ ਜੀ ਤੋਂ ਪੁੱਛਦਾ ਹੈ ਕਹਾਂ ਤੁਮਾਰਾ ਆਸਨ ਬੈਸਨ ਕੌਣ ਤੁਮਾਰਾ ਭੋਜਨ ਆਦ। ਗੁਰੂ ਜੀ ਇਸ ਦੇ ਉੱਤਰ ਵਿੱਚ ਇਹ ਆਖਦੇ ਹਨ ਆਸਨ ਬੈਸਨ ਕਾਇਆ ਭੀਤਰ ਨਾਮ ਹਮਾਰਾ ਭੋਜਨ ਖਿਮਾ ਸੂਤ ਕੇ ਕੱਪੜੇ ਪਹਿਰੇ ਚਲਤੇ 2.5 ਯੋਜਨ। ਪਰ ਉਤਲੀਆਂ ਉਡਾਰੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਦਿਨ 47,000 ਯੋਜਨ ਅਤੇ ਕਿਸੇ ਦਿਨ 10,000 ਚੱਲਦੇ ਹਨ। ਗੱਲ ਕੀ ਯੋਜਨਾ ਦੀ ਗਿਣਤੀ ਹਜ਼ਾਰਾਂ ਵਿੱਚ ਹੀ ਹੁੰਦੀ ਹੈ। ਫੇਰ ਪਤਾ ਨਹੀਂ ਗੁਰੂ ਜੀ ਨੇ ਇਹ ਕਿਹਕੂ ਕਹਿਆ ਕਿ ਅਸੀਂ 2.5 ਯੋਜਨ ਰੋਜ਼ ਚੱਲਦੇ ਹਾਂ। ਗੁਰੂ ਜੀ ਜੋ ਕਹਿੰਦੇ ਸਨ ਉਹ ਹੀ ਕਰਦੇ ਸਨ ਅਤੇ ਜੋ ਕਰਦੇ ਸਨ ਉਹ ਹੀ ਕਹਿੰਦੇ ਸਨ। ਕਹਿਣੀ ਅਤੇ ਕਰਨੀ ਵਿੱਚ ਰਤਾ ਵੀ ਫਰਕ ਨਹੀਂ ਹੁੰਦਾ ਸੀ। ਫੇਰ ਹੈਰਾਨੀ ਹੈ ਕਿ ਗੁਰੂ ਜੀ ਨੇ ਇਹ ਕਿਹਕੂ ਕਹਿ ਦਿੱਤਾ ਕਿ ਅਸੀਂ 2.5 ਯੋਜਨ ਰੋਜ਼ ਚੱਲਦੇ ਹਾਂ ਜਦਕਿ ਰੋਜ਼ ਦਾ ਪੰਧ ਹਜ਼ਾਰਾਂ ਯੋਜਨ ਹੁੰਦਾ ਸੀ। ਇਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਇਹ ਬਚਨ ਗੁਰੂ ਜੀ ਦਾ ਨਹੀਂ ਕਿਸੇ ਹੋਰ ਦਵੈਖੀ ਪੁਰਖ ਦਾ ਹੈ। ਊਨਾ ਪਰਬਤ ਤੋਂ ਗੁਰੂ ਜੀ ਮੀਨਾ ਪਰਬਤ ਉੱਤੇ ਆਉਂਦੇ ਹਨ। ਇਹ ਕੂਨਾ ਪਰਬਤ ਤੋਂ 16,000 ਯੋਜਨ ਉੱਚਾ ਅਤੇ ਸੁਮੇਰ ਪਰਬਤ ਤੋਂ 10,000 ਯੋਜਨ ਨੀਵਾਂ ਹੈ। ਫੇਰ ਸੁਮੇਰ ਉੱਤੇ ਜਾਂਦੇ ਹਨ। ਇੱਥੇ ਹੀ ਗੁਰੂ ਜੀ ਮਰਦਾਨੇ ਨੂੰ 9 ਨਾਥਾਂ 6 ਜਤੀਆਂ ਅਤੇ 84 ਸਿੱਧਾਂ ਦੇ ਨਾਮ ਦੱਸਦੇ ਹਨ ਜਿਨ੍ਹਾਂ ਵਿੱਚੋਂ 4 ਸਿੱਧਾਂ ਦੇ ਨਾਮ ਇਹ ਹਨ ਸਿਵਰਾਮ, ਮੀਰ ਹੁਸੈਨੀ, ਮੀਰ ਜੰਜੀਲੀ ਕੰਧਾਰੀ ਅਤੇ ਖਲਾਸ ਮੁਗਲ ਭੋਗੀ।
ਇਹ 4 ਨਾਮ ਹੀ ਮਨ ਘੜਤ ਜਾਪਦੇ ਹਨ। ਖਾਸ ਕਰਕੇ ਪਿਛਲੇ 2 ਮਨ ਘੜਤ ਹੋਣ ਵਿੱਚ ਤਾਂ ਸ਼ੰਕਾ ਹੀ ਨਹੀਂ, ਕਿਉਂਕਿ ਜਦ ਗੁਰੂ ਜੀ ਮੀਨਾ ਪਰਬਤ ਤੋਂ ਆਏ ਹਨ ਉਦੋਂ ਮੁਗਲਾਂ ਦਾ ਨਾਮ ਵੀ ਹਿੰਦੁਸਤਾਨ ਵਿੱਚ ਨਹੀਂ ਸੀ। ਜਦ ਮੁਗਲਾਂ ਦਾ ਰਾਜ ਹਿੰਦ ਵਿੱਚ ਹੋਇਆ ਤਦ ਹੀ ਇਹ ਨਾਮ ਅਤੇ ਤੁਰਕ ਪਦ ਮੁਸਲਮਾਨਾਂ ਵਾਸਤੇ ਵਰਤੇ ਜਾਣ ਲੱਗੇ ਹਨ। ਇਹਨਾਂ ਦੋਹਾਂ ਪਦਾਂ ਤੋਂ ਮਾਲੂਮ ਹੁੰਦਾ ਹੈ ਕਿ ਇਹ ਜਨਮ ਸਾਖੀ ਕਿਸੇ ਹੋਰ ਸਹੱਥ ਦੀ ਗੁਰੂ ਜੀ ਦੇ ਵੇਲੇ ਤੋਂ ਮਗਰੋਂ ਦੀ ਬਣਾਈ ਹੋਈ ਹੈ ਤੇ ਗੁਰੂ ਅੰਗਦ ਜੀ ਦਾ ਜਾਂ ਭਾਈ ਬਾਲੇ ਦਾ ਇਸ ਵਿੱਚ ਕੋਈ ਦਖਲ ਨਹੀਂ। ਸੁਮੇਰ ਤੋਂ ਅੱਗੇ ਗੁਰੂ ਜੀ ਬਿਆਰ ਪਰਬਤ ਉੱਤੇ ਚੜ੍ਹਦੇ ਹਨ। ਇਹ ਸੁਮੇਰ ਤੋਂ 7,500 ਯੋਜਨ ਉੱਚਾ ਹੈ। ਇੱਥੇ ਗੁਰੂ ਜੀ ਦੱਤਾਤਰੇਯ ਸੰਨਿਆਸੀਆਂ ਦੇ ਆਚਾਰਿਆਂ ਨਾਲ ਗੱਲਬਾਤ ਕਰਦੇ ਹਨ। ਫਿਰ ਅਲਾਚੀਨ ਪਰਬਤ ਉੱਤੇ ਜਾਂਦੇ ਹਨ ਜੋ ਬਿਆਰ ਪਰਬਤ ਤੋਂ 16,000 ਯੋਜਨ ਅਤੇ ਧਰਤੀ ਤੋਂ 1,48,000 ਯੋਜਨ ਉੱਚਾ ਹੈ। ਇੱਥੇ ਵਾਸੀ ਅਲਲਾ ਪੰਖੀਆਂ ਦੀ ਅਤੇ ਰਾਜ ਪ੍ਰਹਿਲਾਦ ਭਗਤ ਦਾ ਹੈ। ਇਸ ਸਾਖੀ ਵਿੱਚ ਵੀ ਲਿਖਣ ਵਾਲੇ ਨੇ ਭੁੱਲ ਕੀਤੀ ਹੈ ਤੇ ਮੰਨਦਾ ਹੈ ਕਿ ਸੁਮੇਰ ਧਰਤੀ ਤੋਂ 1.25 ਲੱਖ ਯੋਜਨ ਉੱਚਾ ਹੈ ਤੇ ਬਿਆਰ ਪਰਬਤ ਸੁਮੇਰ ਤੋਂ 7,500, ਜਿਸ ਤੋਂ ਅਲਲਾਚੀਨ ਪਰਬਤ 16,000 ਯੋਜਨ ਹੈ। ਗੋਇਆ ਅਲਲਾਚੀਨ ਪਰਬਤ ਧਰਤੀ ਤੋਂ 1,48,500 ਯੋਜਨ ਹੈ, ਪਰ ਸਾਖੀ ਵਿੱਚ 1,48,000 ਲਿਖਿਆ ਹੈ। ਸਹਿਜ ਸੁਭਾਅ ਹੀ 2,000 ਕੋਹ ਦਾ ਫਰਕ ਹੈ। ਕਿ ਇਹ ਭੁੱਲਾਂ ਗੁਰੂ ਨਾਨਕ ਜੀ ਤੋਂ ਹੋਈਆਂ ਮੰਨੀਆਂ ਜਾਣਗੀਆਂ? ਸ਼ੌਕ ਕਿ ਇੰਨੀ ਹਨੇਰ ਚਾਹੁੰਦੇ ਵੇਖ ਕੇ ਵੀ ਲੋਕੀ ਅਸਲ ਗੱਲ ਨੂੰ ਨਹੀਂ ਵਿਚਾਰਦੇ। ਗੁਰੂ ਨਾਨਕ ਜੀ ਤੇ ਬਾਲੇ ਮਰਦਾਨੇ ਤਿਹਾਂ ਉਡਾਰੀ ਲੀਤੀ ਜਾਏ ਕੈਲਾਸ ਪਰ ਖੜੇ ਹੋਏ, ਜਾਂ ਮਰਦਾਨਾ ਦੇਖੇ ਤਾਂ ਕਿਆ ਦੇਖੇ ਜੋ ਤਾਰੇ ਦਿਸ ਆਵਣੋਂ ਰਹਿ ਗਏ। ਤਾਂ ਮਰਦਾਨੇ ਆਖਿਆ ਗੁਰੂ ਜੀ ਤਾਰੇ ਦਿਸ ਆਉਂਦੇ ਨਾਹੀਂ। ਤਾਂ ਗੁਰੂ ਜੀ ਕਹਿਆ ਮਰਦਾਨਿਆ ਹੇਠ ਦੇਖ। ਮਰਦਾਨਾ ਹੇਠ ਦੇਖੇ ਤਾਂ ਕਿਆ ਦੇਖੇ ਜੋ ਤਾਰੇ ਸਭੇ ਹੇਠ ਨਜ਼ਰ ਆਉਂਦੇ ਹਨ। ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਿਆ ਤਾਰੇ ਡਿੱਠੇ। ਤਾਂ ਮਰਦਾਨੇ ਕਹਿਆ ਗੁਰੂ ਜੀ ਤਾਰੇ ਤਾਂ ਹੇਠ ਨਜ਼ਰ ਆਉਂਦੇ ਹਨ ਅਤੇ ਚੰਦ ਸੂਰਜ ਹੇਠ ਰਹੇ, ਇਹ ਚਾਨਣ ਕਿਹਾ ਹੈ। ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਿਆ ਇਹ ਚਾਨਣ ਧਰੂਪ ਭਗਤ ਦਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਜਦ ਗੁਰੂ ਜੀ ਸੂਰਜ ਪਾਸੋਂ 2,000 ਯੋਜਨ ਉੱਪਰ ਆਉਂਦੇ ਹਨ ਤਾਂ ਮਰਦਾਨਾ ਪੁੱਛਦਾ ਹੈ ਜੀ ਇੱਥੇ ਤਾਂ ਸੂਰਜ ਨਾ ਹੀ ਨਜ਼ਰ ਆਉਂਦਾ, ਮਾਨੋ ਸੂਰਜ ਕਿਤੇ ਹੇਠਾਂ ਹੀ ਗਰਕ ਹੋ ਗਿਆ। ਜਿਹੜਾ ਸੂਰਜ ਲਿਖਣ ਵਾਲੇ ਦੇ ਆਪਣੇ ਹੀ ਲੇਖ ਮੁਜਬ ਧਰਤੀ ਤੋਂ 25,000 ਯੋਜਨ ਦੂਰ ਹੁੰਦਿਆਂ ਵੀ ਧਰਤੀ ਤੀਕ ਚਾਨਣ ਘੱਲਦਾ ਹੈ, ਕਿ ਉਹ 2,000 ਯੋਜਨ ਉੱਤੇ ਨੂੰ ਚਾਨਣ ਨਹੀਂ ਘੱਲ ਸਕਦਾ। ਮਾਲੂਮ ਹੁੰਦਾ ਹੈ ਕਿ ਲਿਖਣ ਵਾਲੇ ਨੂੰ ਇਹ ਧੋਖਾ ਲੱਗਾ ਹੈ ਜੋ ਸੂਰਜ ਹੇਠਾਂ ਨੂੰ ਹੀ ਚਾਨਣ ਘੱਲ ਸਕਦਾ ਹੈ, ਉੱਪਰ ਨੂੰ ਨਹੀਂ। ਇਹ ਉਸਨੂੰ ਨਹੀਂ ਪਤਾ ਕਿ ਸੂਰਜ ਚੁਤਰਫੀ ਹੀ ਚਾਨਣ ਘੱਲ ਰਿਹਾ ਹੈ, ਨਹੀਂ ਤਾਂ ਇਹ ਕਦੀ ਨਾ ਲਿਖਦਾ ਕਿ ਹੇਠਾਂ ਨੂੰ ਤਾਂ 25,000 ਯੋਜਨ ਤੀਕ ਚਾਨਣ ਘੱਲਦਾ ਹੈ, ਪਰ ਉੱਪਰ ਨੂੰ ਗਿਆ 2,000 ਯੋਜਨ ਤੋਂ ਦੱਸਣਾ ਬੰਦ ਹੋ ਜਾਂਦਾ ਹੈ। ਐਸੀਆਂ ਭੁੱਲਾਂ ਉਹਨਾਂ ਆਦਮੀਆਂ ਤੋਂ ਹੋ ਸਕਦੀਆਂ ਹਨ ਜੋ ਖਪੋਲ ਵਿਦਿਆ ਤੋਂ ਮੂਲੋਂ ਹੀ ਨਾ ਵਾਕਫ ਹੋਣ। ਗੁਰੂ ਨਾਨਕ ਜੀ ਮਹਾਰਾਜ ਜਾਂ ਗੁਰੂ ਅੰਗਦ ਸਾਹਿਬ ਜੀ ਐਸੀ ਭੁੱਲ ਨਹੀਂ ਕਰ ਸਕਦੇ ਹਨ। ਸਿਲਕਾ ਪਰਬਤ ਦੀ ਸਾਖੀ ਵਿੱਚ ਆਉਂਦਾ ਹੈ, ਫੇਰ ਗੁਰੂ ਜੀ ਸਿਲਕਾ ਪਰਬਤ ਤੇ ਜਾਏ ਚੜੇ ਤਾਂ ਚੰਦਰਮਾ ਦਿਸ ਆਉਣੋਂ ਰਹਿ ਗਿਆ। ਫੇਰ ਮਰਦਾਨੇ ਪੁੱਛਿਆ ਗੁਰੂ ਜੀ ਚੰਦਰਮਾ ਹੁਣ ਨਾ ਹੀ ਨਜ਼ਰ ਆਉਂਦਾ। ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆਂ ਹੇਠ ਦੇਖ। ਮਰਦਾਨਾ ਲੱਗਾ ਹੇਠ ਦੇਖਣ, ਦੇਖੇ ਤਾਂ ਚੰਦਰਮਾ ਹੇਠਾਂ ਨਜ਼ਰ ਆਉਂਦਾ ਹੈ। ਤਾਂ ਫੇਰ ਮਰਦਾਨੇ ਪੁੱਛਿਆ ਗੁਰੂ ਜੀ ਅਸੀਂ ਚੰਦਰਮਾ ਕੋਲੋਂ ਉੱਪਰ ਕਿਤਨਾ ਕੁ ਆਏ। ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆਂ ਚੰਦਰਮਾ ਕੋਲੋਂ 2,000 ਯੋਜਨ ਉੱਪਰ ਆਏ। ਇਸ ਸਾਖੀ ਵਿੱਚ ਵੀ ਸੂਰਜ ਵਾਲੀ ਹੀ ਭੁੱਲ ਹੈ। ਜੋ ਚੰਦਰਮਾ 50,000 ਯੋਜਨ ਧਰਤੀਓਂ ਦੂਰ ਚਾਨਣ ਘੱਲ ਸਕਦਾ ਹੈ ਕਿ ਉਹ 2,000 ਯੋਜਨ ਉੱਪਰ ਨੂੰ ਨਹੀਂ ਘੱਲ ਸਕਦਾ। ਮਾਲੂਮ ਹੁੰਦਾ ਹੈ ਕਿ ਲਿਖਣ ਵਾਲੇ ਦੇ ਖਿਆਲ ਵਿੱਚ ਚਾਨਣ ਹੇਠਾਂ ਨੂੰ ਬਹੁਤ ਰੜਦਾ ਹੋਵੇਗਾ ਅਤੇ ਉੱਤੇ ਨੂੰ ਘੱਟ ਚੜ੍ਹਦਾ ਹੋਵੇਗਾ, ਕਿਉਂਕਿ ਅਸੀਂ ਵੀ ਕਿਸੇ ਖਾਸ ਹੱਦ ਤੋਂ ਪਰੇ ਉੱਚੀ ਢੀਮ ਨਹੀਂ ਸੁੱਟ ਸਕਦੇ। ਪਰ ਉਹਨਾਂ ਮਹਾਤਮਾ ਨੂੰ ਸ਼ਾਇਦ ਇਹ ਮਾਲੂਮ ਨਹੀਂ ਹੋਣਾ ਜੋ ਚਾਨਣ ਤੇ ਗਰਮੀ ਦਾ ਕੁਝ ਭਾਰ ਨਹੀਂ ਹੁੰਦਾ ਅਤੇ ਜਿਸ ਵਿੱਚ ਭਾਰ ਨਾ ਹੋਵੇ ਉਸ ਉੱਤੇ ਉਚਾਣ ਨਿਚਾਣ ਦਾ ਕੋਈ ਅਸਰ ਨਹੀਂ ਪੈ ਸਕਦਾ। ਉਹ ਉਤਨਾ ਹੀ ਉੱਤੇ ਨੂੰ ਜਾ ਸਕਦਾ ਹੈ ਜਿਤਨਾ ਹੇਠਾਂ ਨੂੰ। ਦੂਜੀ ਅਚੰਭੇ ਵਾਲੀ ਗੱਲ ਇਸ ਸਾਖੀ ਵਿੱਚ ਇਹ ਆਉਂਦੀ ਹੈ ਕਿ ਜਦ ਮਰਦਾਨੇ ਨੇ ਹੇਠਾਂ ਨੂੰ ਵੇਖਿਆ ਤਾਂ ਚੰਦ ਦਿਸ ਪਿਆ, ਮਾਨੋ ਭਾਈ ਮਰਦਾਨਾ ਕਿਸੇ ਖਿੜਕੀ ਵਿੱਚ ਖੜਾ ਸੀ ਕਿ ਤਾਕੀਓਂ ਬਾਹਰ ਸਿਰ ਕੱਢ ਕੇ ਹੇਠਾਂ ਵਾਲੀ ਚੀਜ਼ ਵੇਖ ਲਈ। ਇਹ ਤਾਂ ਸਾਰੇ ਪਾਠਕ ਮੰਨ ਹੀ ਲੈਣਗੇ ਕਿ ਊਨਾ ਕੂਨਾ ਮੀਨਾ ਆਦਿ ਪਰਬਤ ਇਸ ਸਾਡੀ ਧਰਤੀ ਦੇ ਪਰਬਤ ਨਹੀਂ ਹਨ। ਇਹ ਪਰਬਤ ਅਸਲ ਵਿੱਚ ਸਾਡੀ ਧਰਤੀ ਵਾਂਗ ਅੱਡ-ਅੱਡ ਧਰਤੀਆਂ ਹੀ ਹਨ। ਫੇਰ ਪਤਾ ਨਹੀਂ ਲੱਗਦਾ ਕਿ ਇੱਕ ਆਦਮੀ ਧਰਤੀ ਉੱਤੇ ਖੜੋਤਾ ਹੋਇਆ ਹੇਠਾਂ ਨੂੰ ਕੀ ਕੁ ਵੇਖ ਸਕਦਾ ਹੈ।
ਹੇਠਾਂ ਨੂੰ ਵੇਖਣਾ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਉਹ ਧਰਤੀ ਦੇ ਕਿਸੇ ਕੰਢੇ ਉੱਤੇ ਖੜੋਤਾ ਹੋਇਆ ਹੋਵੇ, ਪਰ ਧਰਤੀਆਂ ਤਾਂ ਸਭ ਗੋਲ ਹਨ। ਕੰਢੇ ਉੱਤੇ ਕੋਈ ਕੀਕਰ ਖੜਾ ਹੋ। ਸਮਝ ਨਹੀਂ ਪੈਂਦੀ ਕਿ ਕਿਸ ਤਰ੍ਹਾਂ ਮਰਦਾਨੇ ਨੇ ਹੇਠਾਂ ਤੱਕਿਆ ਅਤੇ ਹੇਠੋਂ ਉਸ ਨੂੰ ਚੰਦਰਮਾ ਨਜ਼ਰ ਆ ਗਿਆ। ਇਹੋ ਭੁੱਲ ਕੈਲਾਸ਼ ਪਰਬਤ ਦੀ ਸਾਖੀ ਵਿੱਚ ਹੈ, ਜਿੱਥੇ ਤਾਰੇ ਦਿਸ ਆਵਣੋਂ ਰਹਿ ਗਏ। ਮਰਦਾਨਾ ਹੇਠ ਦੇਖੇ ਤਾਂ ਕਿਆ ਦੇਖੇ, ਜੋ ਤਾਰੇ ਸਭੇ ਹੇਠ ਨਜ਼ਰ ਆਵਦੇ ਹਨ। ਇਸ ਲੇਖ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲਿਖਣ ਵਾਲੇ ਦੇ ਖਿਆਲ ਵਿੱਚ ਸਾਰੇ ਤਾਰੇ ਕੈਲਾਸ਼ ਪਰਬਤ ਤੋਂ ਹੇਠਾਂ ਹੀ ਹਨ, ਉੱਤੇ ਕੋਈ ਤਾਰਾ ਨਹੀਂ। ਇਸ ਜਨਮ ਸਾਖੀ ਦੇ ਲੇਖਕ ਦਾ ਇਹ ਵੀ ਖਿਆਲ ਜਾਪਦਾ ਹੈ ਕਿ ਸਾਰਿਆਂ ਬ੍ਰਹਿਮੰਡਾਂ ਵਿੱਚ ਇੱਕ ਹੀ ਸੂਰਜ ਹੈ ਅਤੇ ਇੱਕ ਹੀ ਚੰਦ। ਸਾਰਿਆਂ ਬ੍ਰਹਿਮੰਡਾਂ ਉੱਤੇ ਇਹਨਾਂ ਦਾ ਹੀ ਚਾਨਣ ਹੈ। ਜਿੱਥੇ ਇਹਨਾਂ ਦਾ ਚਾਨਣ ਨਹੀਂ ਪੁੱਜਦਾ, ਉੱਥੇ ਧਰੂਵ ਦਾ ਚਾਨਣ ਪੁੱਜਦਾ ਹੈ। ਨਾਲ ਹੀ ਇਹ ਗੱਲ ਜਾਪਦੀ ਹੈ ਕਿ ਜੋ ਕੋਈ ਕੈਲਾਸ਼ ਤੀਕ ਅੱਪੜ ਪਵੇ, ਸਮਝ ਲਵੋ ਉਸਨੇ ਸਾਰੇ ਬ੍ਰਹਿਮੰਡਾਂ ਦਾ ਅੰਤ ਲੈ ਲਿਆ। ਪਰ ਇਹ ਲਿਖਣ ਵਾਲੇ ਦੀ ਭੁੱਲ ਹੈ, ਕਿਉਂਕਿ ਇੱਕ ਤਾਂ ਇਹ ਗੱਲ ਖਪੋਲ ਵਿਦਿਆ ਦੇ ਵਿਰੁੱਧ ਹੈ ਅਤੇ ਦੂਜੇ ਗੁਰੂ ਆਸ਼ੇ ਦੇ ਵੀ ਵਿਰੁੱਧ। ਸ੍ਰੀ ਗੁਰੂ ਨਾਨਕ ਜੀ ਨੇ ਜਪਜੀ ਸਾਹਿਬ ਵਿੱਚ ਇਸ ਧਰਮ ਖੰਡ ਦਾ ਹਾਲ ਦੱਸਦਿਆਂ ਸਾਫ਼ ਲਿਖਿਆ ਹੈ, ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ, ਜਿਸ ਤੋਂ ਸਾਫ਼ ਸਿੱਧ ਹੈ ਕਿ ਧਰਮ ਖੰਡ ਵਿੱਚ ਕਈ ਸੂਰਜ, ਕਈ ਚੰਦ ਅਤੇ ਕਈ ਧਰਤੀਆਂ ਆਦਿ ਹਨ। ਕੈਲਾਸ਼ ਤੀਕ ਗਿਆ ਕਦੀ ਇਸ ਖੰਡ ਦਾ ਅੰਤ ਆ ਸਕਦਾ ਹੈ। ਗੁਰੂ ਜੀ ਆਪ ਫਰਮਾਉਂਦੇ ਹਨ, ਨਾਨਕ ਅੰਤ ਨ ਅੰਤ। ਫੇਰ ਪਤਾ ਨਹੀਂ ਇਸ ਜਨਮ ਸਾਖੀ ਨੂੰ ਲਿਖਣ ਵਾਲਾ ਐਸੀਆਂ ਗੱਲਾਂ ਜੇ ਨਾਲੇ ਤਾਂ ਵਿਰੁੱਧ ਹੋਣ ਗੁਰ ਆਸ਼ੇ ਦੇ ਅਤੇ ਨਾਲੇ ਵਿਰੁੱਧ ਹੋਣ ਖਪੋਲ ਵਿਦਿਆ ਦੇ, ਕਿਸ ਤਰ੍ਹਾਂ ਅੱਖਾਂ ਮੀਟ ਕੇ ਐਸੀ ਬੇਬਾਕੀ ਨਾਲ ਲਿਖ ਗਿਆ। ਐਸੇ ਸਬੂਤਾਂ ਦੇ ਹੁੰਦਿਆਂ ਸੁਣਦਿਆਂ ਵੀ ਜੇ ਕੋਈ ਅਜੇ ਵੀ ਹੱਠ ਕਰੇ ਕਿ ਇਸ ਜਨਮ ਸਾਖੀ ਨੂੰ ਭਾਈ ਬਾਲੇ ਨੇ ਗੁਰੂ ਅੰਗਦ ਜੀ ਦੇ ਹਜ਼ੂਰ ਲਿਖਵਾਇਆ ਹੈ, ਤਦ ਉਸ ਆਦਮੀ ਦੀ ਕਿਤਨੀ ਕੁ ਸਮਝਣੀ ਚਾਹੀਦੀ ਹੈ। ਕੈਲਾਸ਼ ਪਰਬਤ ਤੋਂ ਉੱਡ ਕੇ ਗੁਰੂ ਜੀ ਧਰੂਵ ਮੰਡਲ ਵਿੱਚ ਅੱਪੜਦੇ ਹਨ। ਇਹ ਮੰਡਲ ਧਰਤੀ ਤੋਂ 39 ਲੱਖ ਯੋਜਨ ਉੱਚਾ ਹੈ। ਧਰੂਵ ਭਗਤ ਨਾਲ ਗੱਲਾਂ ਬਾਤਾਂ ਕਰਕੇ ਗੁਰੂ ਜੀ ਇਨ੍ਹਾਂ ਪਰਬਤ ਤੇ ਗਏ ਜੋ ਧਰੂਵ ਤੋਂ 5000 ਯੋਜਨ ਉੱਚਾ ਹੈ। ਮਰਦਾਨੇ ਨੂੰ ਤਾਂ ਇੱਥੇ ਛੱਡਿਆ, ਬਾਲੇ ਨੂੰ ਨਾਲ ਲੈ ਕੇ ਗੁਰੂ ਜੀ ਫੇਰ ਅਖੰਡ ਪਰਬਤ ਤੇ ਗਏ ਜੋ ਧਰੂਵ ਤੋਂ 75000 ਯੋਜਨ ਉੱਚਾ ਸੀ। ਇਸ ਪਰਬਤ ਉੱਤੇ ਬਾਲੇ ਨੂੰ ਵੀ ਛੱਡਿਆ ਅਤੇ ਗੁਰੂ ਜੀ ਆਪ ਇਕੱਲੇ ਹੀ ਨਿਰਵਿਕਾਰ ਪਰਬਤ ਉੱਤੇ ਚੜ੍ਹੇ ਜੋ ਅਖੰਡ ਪਰਬਤ ਤੋਂ 25000 ਯੋਜਨ ਉੱਚਾ ਸੀ। ਇਸ ਪਰਬਤ ਉੱਤੇ ਹੀ ਸ੍ਰੀ ਗੁਰੂ ਨਾਨਕ ਜੀ ਨੇ ਸਾਖਿਆਤ ਅਕਾਲ ਪੁਰਖ ਦੇ ਦਰਸ਼ਨ ਕੀਤੇ, ਜਿਨ੍ਹਾਂ ਉੱਤੇ ਕਬੀਰ ਜੀ ਚੌਰੀ ਕਰ ਰਹੇ ਸਨ। ਪਾਠਕ ਜੀ, ਫੇਰ ਵਿਚਾਰ ਲਵੋ ਕਿ ਗੁਰੂ ਜੀ ਧਰਤੀ ਤੋਂ ਉੱਡ ਕੇ ਹਿਮਾਚਲ, ਸਿਰਸਾਰ, ਊਨਾ, ਸਿਲਕਾ, ਕੂਨਾ, ਮੀਨਾ, ਸੁਮੇਰ, ਬਿਆਰ, ਅਲਲਾਚੀਨ, ਕੈਲਾਸ਼, ਧਰੂਵ, ਈਨਾ ਤੇ ਅਖੰਡ ਪਰਬਤ ਤੋਂ ਹੋ ਕੇ ਨਿਰਵਿਕਾਰ ਪਰਬਤ ਉੱਤੇ ਅੱਪੜੇ ਹਨ, ਜਿੱਥੇ ਸੱਚੀ ਜੋਤ ਜਗਮਗਾ ਰਹੀ ਸੀ। ਇਹ ਦੱਸਣ ਦੀ ਲੋੜ ਨਹੀਂ ਰਹਿ ਜਾਵੇਗੀ ਕਿ ਇਹ ਸਾਰਾ ਝਮੇਲ ਮੁਸਲਮਾਨਾਂ ਦੀ ਮਹਿਰਾਜ ਦੀ ਸਾਖੀ ਦੀ ਨਕਲ ਹੈ। ਮੁਸਲਮਾਨਾਂ ਨੇ ਤਾਂ 7 ਅਸਮਾਨ ਅਤੇ 8ਵਾਂ ਅਰਸ਼ ਮੰਨਿਆ ਹੈ ਤੇ ਇਸ ਜਨਮ ਸਾਖੀ ਵਾਲੇ ਨੇ 12 ਅਸਮਾਨ ਅਤੇ 13ਵਾਂ ਸੱਚਖੰਡ ਮੰਨਿਆ ਹੈ। ਪਾਠਕ ਜੀ, ਕਿ ਇਹ ਗੱਲ ਗੁਰ ਆਸ਼ੇ ਦੇ ਵਿਰੁੱਧ ਨਹੀਂ ਹੈ। ਗੁਰੂ ਜੀ ਤਾਂ ਕਹਿੰਦੇ ਹਨ ਕਿ ਅਕਾਲ ਪੁਰਖ ਘਟ ਵਿੱਚ ਰਹਿ ਰਿਹਾ ਹੈ, ਪਰ ਅਸੀਂ ਇਸ ਜਨਮ ਸਾਖੀ ਮਗਰ ਲੱਗ ਕੇ ਮੰਨ ਲਈਏ ਕਿ ਵਾਹਿਗੁਰੂ ਨਿਰਵਿਕਾਰ ਪਰਬਤ ਉੱਤੇ ਬੈਠਾ ਹੈ। ਇਹ ਕੈਸੀ ਉਲਟੀ ਗੱਲ ਹੈ। ਜਿੱਥੋਂ ਤੱਕ ਵਿਚਾਰ ਕੀਤੀ ਜਾ ਸਕਦੀ ਹੈ, ਇਹੋ ਹੀ ਸਿੱਟਾ ਨਿਕਲਦਾ ਹੈ ਕਿ ਇਸ ਜਨਮ ਸਾਖੀ ਦਾ ਲਿਖਣ ਵਾਲਾ ਸਿੱਖੀ ਤੋਂ ਸਮੂਲਚਾ ਹੀ ਨਾ ਵਾਕਫ ਹੈ ਅਤੇ ਜੋ ਕੁਝ ਲਿਖ ਰਿਹਾ ਹੈ ਇਹ ਉਸਦੇ ਮਨ ਦੇ ਹੀ ਢਕੋਸਲੇ ਹਨ। ਭਾਈ ਬਾਲੇ ਜਾਂ ਗੁਰੂ ਅੰਗਦ ਜੀ ਦਾ ਇਸ ਨਾਲ ਕੋਈ ਸਬੰਧ ਨਹੀਂ। ਭੂਗੋਲ ਸੰਬੰਧੀ ਭੁੱਲਾਂ। ਗੁਰੂ ਜੀ ਚੜ੍ਹਨ ਵਾਲੇ ਰਾਹ ਹੀ ਉਤਰਦੇ ਤੇ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਧਰੂਵ ਮੰਡਲ ਤੋਂ 2 ਲੱਖ ਯੋਜਨ ਹੇਠਾਂ ਉਤਰ ਕੇ ਕਲਕਾ ਪਰਬਤ ਤੇ ਆਉਂਦੇ ਹਨ। ਫਿਰ ਮਰਦਾਨੇ ਨੂੰ ਪੁੱਛਦੇ ਹਨ, ਮਰਦਾਨਿਆ ਆਖ ਹੁਣ ਕਿਹੜੇ ਬੰਦਰ ਦੇ ਰਾਹ ਚੱਲਦੇ ਹੋ? ਤਾਂ ਮਰਦਾਨੇ ਕਹਿਆ, ਗੁਰੂ ਜੀ ਅਸੀਂ ਆਏ ਕਿਹੜੇ ਬੰਦਰ ਦੇ ਰਾਹ ਆਏ? ਤਾਂ ਗੁਰੂ ਨਾਨਕ ਜੀ ਕਹਿਆ, ਮਰਦਾਨਿਆ ਅਸੀਂ ਤਿਹੋਂ ਬੰਦਰਾਂ ਦੇ ਰਾਹ ਆਏ ਹੈ। ਤਾਂ ਮਰਦਾਨੇ ਕਹਿਆ, ਗੁਰੂ ਜੀ ਕਿਹੜੇ ਕਿਹੜੇ? ਤਾਂ ਗੁਰੂ ਨਾਨਕ ਜੀ ਕਹਿਆ, ਮਰਦਾਨਿਆ ਸੂਰਤ ਬੰਦਰ ਅਤੇ ਚਪਟਾ ਬੰਦਰ ਅਤੇ ਨਕਟਾ ਬੰਦਰ। ਤਾਂ ਮਰਦਾਨੇ ਕਹਿਆ, ਗੁਰੂ ਜੀ ਹੁਣ ਕਿਹੜੇ ਬੰਦਰ ਦੀ ਸੇਧ ਹੈ? ਤਾਂ ਗੁਰੂ ਨਾਨਕ ਜੀ ਕਹਿਆ, ਮਰਦਾਨਿਆ ਇਹ ਮਛਲੀ ਬੰਦਰ ਅਤੇ ਲਾਹੜੀ ਬੰਦਰ ਦਾ ਰਾਹ ਹੈ। ਇਹ ਲੇਖ ਵੀ ਅਜੀਬ ਹੀ ਜਾਪਦਾ ਹੈ। ਅਜੇ ਧਰੂਵ ਤੋਂ 2 ਲੱਖ ਯੋਜਨ ਹੀ ਉਤਰੇ ਹਨ ਕਿ ਬੰਦਰਾਂ ਦੀ ਫਿਕਰ ਪੈ ਗਿਆ ਹੈ। ਹੈਰਾਨੀ ਹੈ ਕਿ ਅਸਮਾਨੋਂ ਉਤਰਦਿਆਂ ਬੰਦਰਾਂ ਦੀ ਸੇਧ ਕਰਨ ਦੀ ਕੀ ਲੋੜ? ਬੰਦਰਾਂ ਦੀ ਸੇਧ ਉਹ ਕਰੇ ਜੋ ਸਮੁੰਦਰ ਵਿੱਚ ਸਫ਼ਰ ਕਰ ਰਿਹਾ ਹੋਵੇ
ਅਸਮਾਨੋਂ ਉਤਰਦਿਆਂ ਲਾੜੀ ਬੰਦਰ ਜਾਂ ਤਲਵੰਡੀ ਜਾਂ ਕਿਸੇ ਹੋਰ ਜਗ੍ਹਾ ਵੱਲ ਜਾਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਜਿੱਧਰ ਮੂੰਹ ਕਰ ਲਿਆ ਉੱਧਰ ਹੀ ਪੁੱਜ ਗਏ। ਇਹ ਗੱਲ ਬਿਲਕੁਲ ਹੀ ਸਿੱਧੀ ਹੈ। ਦੂਜੀ ਅਚਰਜ ਗੱਲ ਇਹ ਹੈ ਕਿ ਤੁਰਨ ਲੱਗਿਆਂ ਤਾਂ ਗੁਰੂ ਜੀ ਤਲਵੰਡੀਓਂ ਹੀ ਮਾਰੂਫਰ ਦੇਸ ਨੂੰ ਚਲੇ ਗਏ ਹਨ। ਸੂਰਤ, ਚਪਟਾ, ਨਕਟਾ ਬੰਦਰ ਥਾਣੀ ਕਦ ਗਏ ਸਨ। ਸਾਖੀ ਲਿਖਣ ਵਾਲਾ ਅਜਿਹਾ ਭੋਲਾ ਜਾਪਦਾ ਹੈ ਕਿ ਆਪਣੇ ਪਿਛਲੇ ਲੇਖ ਨੂੰ ਹੀ ਭੁੱਲ ਗਿਆ ਪ੍ਰਤੀਤ ਹੁੰਦਾ ਹੈ, ਜਦ ਕਿ ਗੁਰੂ ਜੀ ਤੁਰਨ ਲੱਗੇ ਨਾ ਕਿਸੇ ਜਹਾਜ਼ ਉੱਤੇ ਚੜ੍ਹੇ ਨਾ ਕਿਸੇ ਬੇੜੀ ਉੱਤੇ ਸਫ਼ਰ ਕੀਤਾ। ਤਦ ਇਹ ਕਿਸ ਤਰ੍ਹਾਂ ਕਹਿਆ ਜਾ ਸਕਦਾ ਹੈ ਕਿ ਉਹ ਫਲਾਣੇ ਬੰਦਰ ਥਾਈਂ ਆਏ। ਸਭ ਨਾਲੋਂ ਵਾਧੇ ਦੀ ਗੱਲ ਇਹ ਹੈ ਕਿ ਲਿਖਣ ਵਾਲਾ ਤਿੰਨਾਂ ਬੰਦਰਾਂ ਦੇ ਨਾਮ ਦਿੰਦਾ ਹੈ ਜਿਨ੍ਹਾਂ ਥਾਣੀ ਗੁਰੂ ਜੀ ਸੱਚਖੰਡ ਨੂੰ ਗਏ। ਭਾਵੇਂ ਚਪਟਾ ਤੇ ਨਕਟਾ ਦੋ ਮਨ ਘੜਤ ਹੀ ਬੰਦਰ ਜਾਪਦੇ ਹਨ, ਪਰ ਇਹਨਾਂ ਨੂੰ ਸੱਚ ਮੰਨ ਲਿਆ ਵੀ ਸਮਝ ਵਿੱਚ ਨਹੀਂ ਆਉਂਦਾ ਕਿ ਇੱਕ ਆਦਮੀ ਜੋ ਅਦਨ ਨੂੰ ਜਾ ਰਿਹਾ ਹੈ ਉਹ ਕਰਾਚੀ, ਸੂਰਤ ਅਤੇ ਮਛਲੀ ਤਿੰਨਾਂ ਬੰਦਰਾਂ ਥਾਣੀ ਹੋ ਕੇ ਜਾਵੇਗਾ। ਜਾਣਾ ਕੇਵਲ ਇੱਕ ਬੰਦਰ ਥਾਣੀ ਹੀ ਸੰਭਵ ਹੋ ਸਕਦਾ ਹੈ। ਤਿੰਨਾਂ ਦਾ ਨਾਮ ਲਿਖ ਦੇਣਾ ਲਿਖਣ ਵਾਲੇ ਦੀ ਭੁੱਲ ਨੂੰ ਸਪਸ਼ਟ ਕਰ ਰਿਹਾ ਹੈ। ਅਖੀਰ ਵਿੱਚ ਦੱਸਿਆ ਹੈ ਕਿ ਮਛਲੀ ਬੰਦਰ ਅਤੇ ਲਾੜੀ ਬੰਦਰ ਦੀ ਸੇਧ ਹੈ। ਇਹ ਸੇਧ ਵੀ ਚੰਗੀ ਹੈ। ਲਾੜੀ ਬੰਦਰ ਸਿੰਧ ਵਿੱਚ, ਮਛਲੀ ਬੰਦਰ ਮਦਰਾਸ ਵਿੱਚ। ਇਹ ਕਿਸ ਤਰ੍ਹਾਂ ਦੀ ਸੇਧ ਹੈ? ਮਾਲੂਮ ਹੁੰਦਾ ਹੈ ਕਿ ਜਨਮ ਸਾਖੀ ਲਿਖਣ ਵਾਲੇ ਨੇ 2-3 ਬੰਦਰਾਂ ਦੇ ਨਾਮ ਸੁਣ ਛੱਡੇ ਹਨ ਤੇ ਬਦੋ-ਬਦੀ ਉਹਨਾਂ ਨੂੰ ਜਨਮ ਸਾਖੀ ਵਿੱਚ ਘਸੋੜੀ ਜਾਂਦਾ ਹੈ। ਨਹੀਂ ਤਾਂ ਐਸੀਆਂ ਭੁੱਲਾਂ ਇੱਕ ਚੌਥੀ ਪ੍ਰਾਇਮਰੀ ਦਾ ਮੁੰਡਾ ਵੀ ਨਹੀਂ ਕਰ ਸਕਦਾ ਜੈਸੀਆਂ ਇਸ ਜਨਮ ਸਾਖੀ ਦੇ ਕਰਤਾ ਨੇ ਕੀਤੀਆਂ ਹਨ। ਜਿਸ ਤਰ੍ਹਾਂ ਪਿੱਛੇ ਕਈ ਥਾਈਂ ਦੱਸਿਆ ਜਾ ਚੁੱਕਾ ਹੈ ਕਿ ਲਿਖਾਰੀ ਗਿਣਤੀ ਵਿੱਚ ਸਖਤ ਭੁੱਲਾਂ ਕਰਦਾ ਹੈ, ਉਸ ਦਾ ਸਬੂਤ ਆਪ ਨੇ ਇਸ ਸਾਖੀ ਵਿੱਚ ਵੀ ਦਿੱਤਾ ਹੈ। ਆਪ ਹੀ ਇਸ ਸਾਖੀ ਵਿੱਚ ਮੰਨਦੇ ਹਨ ਕਿ ਧਰੂਪ ਭਗਤ ਧਰਤੀ ਤੋਂ 39 ਲੱਖ ਯੋਜਨ ਉੱਚਾ ਹੈ ਅਤੇ ਨਾਲ ਹੀ ਇਹ ਵੀ ਮੰਨਦੇ ਹਨ ਕਿ ਗੁਰੂ ਜੀ ਧਰੂ ਤੋਂ ਹੇਠਾਂ 2 ਲੱਖ ਯੋਜਨ ਆਏ। ਪਰ ਅਚਰਜ ਹੈ ਕਿ ਸਾਖੀ ਵਿੱਚ ਨਾਲ ਹੀ ਇਹ ਲਿਖਿਆ ਹੈ ਕਿ ਕਲਕਾ ਪਰਬਤ ਧਰਤੀ ਤੋਂ 40 ਲੱਖ ਯੋਜਨ ਉੱਚਾ ਹੈ। ਹਿਸਾਬ ਮੂਜਬ ਤਾਂ ਕਲਕਾ ਪਰਬਤ 35 ਲੱਖ ਯੋਜਨ ਉੱਚਾ ਚਾਹੀਦਾ ਸੀ, ਪਰ ਲਿਖਣ ਵਾਲੇ ਮਹਾਤਮਾ ਧਰੂ ਤੋਂ 2 ਲੱਖ ਹੇਠਾਂ ਉਤਾਰ ਕੇ ਵੀ ਫਾਸਲਾ ਧਰੂ ਨਾਲੋਂ 1 ਲੱਖ ਯੋਜਨ ਦਾ ਵਧਾ ਦਿੰਦੇ ਹਨ। ਐਸੇ ਹਿਸਾਬੀ ਦੇ ਕਿਉਂ ਨਾ ਕੁਰਬਾਨ ਜਾਈਏ ਜੋ 10 ਵਿੱਚੋਂ 2 ਘਟਾ ਕੇ ਬਾਕੀ 11 ਕੱਢੇ। ਛਾਪੇਖਾਨੇ ਵਾਲਿਆਂ ਨੇ 39 ਪਦ ਦੀ ਥਾਂ 48 ਪਦ ਕਰ ਦਿੱਤਾ ਹੈ, ਪਰ ਹਿਸਾਬ ਫੇਰ ਵੀ ਠੀਕ ਨਹੀਂ ਬਣਦਾ ਕਿਉਂਕਿ 48 ਲੱਖ ਵਿੱਚ 2 ਲੱਖ ਕੱਢਿਆ 46 ਲੱਖ ਰਹਿੰਦੇ ਹਨ, ਨਾ ਕਿ 40 ਲੱਖ। ਪਰ ਹਾਲਤ ਵਿੱਚ ਮੰਨਣਾ ਪਵੇਗਾ ਕਿ ਲਿਖਣ ਵਾਲੇ ਨੇ ਐਸੀ ਗਲਤੀ ਖਾਧੀ ਹੈ ਜਿਸ ਨੂੰ ਅੱਜ ਕੱਲ੍ਹ ਦਾ ਦੂਜੀ ਪ੍ਰਾਇਮਰੀ ਦਾ ਬਾਲ ਵੀ ਸਮਝ ਸਕਦਾ ਹੈ। ਕਿੱਥੋਂ ਤੀਕ ਭੁੱਲਾਂ ਦੱਸੀਆਂ ਜਾਣ, ਅੱਕ ਕੇ ਇਹੋ ਹੀ ਲਿਖਣਾ ਪੈਂਦਾ ਹੈ ਕਿ ਇਹ ਜਨਮ ਸਾਖੀ ਭੁੱਲਾਂ ਦਾ ਹੀ ਭੰਡਾਰ ਹੈ ਅਤੇ ਕਿਸੇ ਸੂਰਤ ਵਿੱਚ ਵੀ ਪ੍ਰਮਾਣਿਕ ਨਹੀਂ ਹੋ ਸਕਦੀ। ਕਲਕਾ ਪਰਬਤ ਤੋਂ ਗੁਰੂ ਜੀ 11 ਲੱਖ ਯੋਜਨ ਹੇਠਾਂ ਉਤਰ ਕੇ ਸੀਲਾ ਪਰਬਤ ਤੋਂ ਆਉਂਦੇ ਅਤੇ ਅੰਮ੍ਰਿਤ ਫਲ ਖਾਂਦੇ ਹਨ। 9 ਲੱਖ ਯੋਜਨ ਹੋਰ ਉਤਰਿਆ ਉਹਾਰ ਪਰਬਤ ਆ ਜਾਂਦਾ ਹੈ, ਜਿੱਥੇ ਗੁਰੂ ਜੀ ਕਲਿਆਣ ਤੇ ਉਸਦੇ ਗੁਰੂ ਨਾਲ, ਜੋ ਆਪ ਦਾ ਜਨਕ ਦੇ ਵੇਲੇ ਦਾ ਪੁਰਾਣਾ ਮਿੱਤਰ ਸੀ, ਬਾਤਚੀਤ ਕਰਦੇ ਹਨ। ਇਸ ਵੇਲੇ ਤੀਕ ਗੁਰੂ ਜੀ ਕੁੱਲ 22 ਲੱਖ ਯੋਜਨ ਉਤਰੇ ਹਨ, ਪਰ ਰਾਜਾ ਜਨਕ ਨੂੰ ਮਿਲਣ ਵਾਸਤੇ ਲੱਖ ਯੋਜਨ ਫੇਰ ਉੱਤੇ ਚੜ੍ਹ ਕੇ ਗੁਰੂ ਜੀ ਇਖਨ ਪਰਬਤ ਤੇ ਜਾਂਦੇ ਹਨ, ਜਿੱਥੇ ਜਨਕ ਗੁਰੂ ਜੀ ਨੂੰ ਮਿਲਿਆ ਅਤੇ ਗਲ ਨਾਲ ਲਾਇਆ। ਗੁਰੂ ਜੀ ਫੇਰ ਲੱਖ ਯੋਜਨ ਉਤਰ ਕੇ ਘਿਰਨ ਪਰਬਤ ਉੱਤੇ ਆਉਂਦੇ ਹਨ, ਜਿੱਥੇ ਆਪ ਨੂੰ ਸੁਖਚੈਨ ਰਖੀਸਰ ਮਿਲਦਾ ਹੈ। ਤਾਂ ਗੁਰੂ ਨਾਨਕ ਜੀ ਕਹਿਆ, ਅਰੇ ਭਾਈ ਤੂੰ ਉਹੀ ਸੁਖਚੈਨ ਹੈ ਜੋ ਰਾਜੇ ਜਨਕ ਵਿਦੇਹੀ ਕਾ ਸਹਿਜਾਵਰੂ ਥਾ। ਤਾਂ ਰਖੀਸਰ ਕਹਿਆ, ਭਾਈ ਜੀ ਮੈਂ ਉਹੀ ਹੋਤਾ ਹੂੰ। ਤਾਂ ਗੁਰੂ ਨਾਨਕ ਜੀ ਉਸਦੇ ਪੈਰਾਂ ਤੇ ਪਿਆ ਅੱਗੋਂ ਉਸ ਗੱਲ ਵਿੱਚ ਲੀਤਾ। ਇਹ ਸਾਖੀਆਂ ਹਨ ਜਿਨ੍ਹਾਂ ਨੂੰ ਅਸੀਂ ਭਾਈ ਬਾਲੇ ਦੀਆਂ ਲਿਖਵਾਈਆਂ ਮੰਨਦੇ ਹਾਂ ਕਿ ਕੋਈ ਵੀ ਸਿੱਖ ਜੋ ਦਿਲੋਂ ਗੁਰੂ ਜੀ ਦੀ ਇੱਜ਼ਤ ਕਰਦਾ ਹੈ ਐਸੀਆਂ ਸਾਖੀਆਂ ਨੂੰ ਮੰਨ ਸਕਦਾ ਹੈ। ਹੈਰਾਨੀ ਹੈ ਕਿ ਭੁੱਲਾਂ ਨਾਲ ਭਰਪੂਰ ਅਤੇ ਅਪਸ਼ਬਦਾਂ ਨਾਲ ਭਰੀ ਹੋਈ ਜਨਮ ਸਾਖੀ ਨੂੰ ਲੋਕੀ ਬਦੋ-ਬਦੀ ਗੁਰੂ ਅੰਗਦ ਜੀ ਦੇ ਸਾਹਮਣੇ ਲਿਖੀ ਗਈ ਮੰਨਦੇ ਹਨ। 12 ਲੱਖ ਯੋਜਨ ਹੋਰ ਉੱਤਰ ਕੇ ਗੁਰੂ ਜੀ ਉਲਕਾ ਪਰਬਤ ਤੇ ਆਏ। ਮਰਦਾਨੇ ਕਹਿਆ, ਗੁਰੂ ਜੀ ਕਿਹੜੇ ਬੰਦਰ ਦਾ ਰਾਹ ਹੈ? ਤਾਂ ਗੁਰੂ ਜੀ ਕਹਿਆ, ਪਹਿਲੇ ਜਾਏ ਖੜੇ ਹੋਵੀਏ ਘੁਰਟਾ ਬੰਦਰ, ਦੂਜਾ ਆਵਸੀ ਲਾੜੀ ਬੰਦਰ, ਤੀਜਾ ਆਵਸੀ ਮਛਲੀ ਬੰਦਰ। ਤਾਂ ਫੇਰ ਮਰਦਾਨੇ ਪੁੱਛਿਆ, ਜੀ ਅਸੀਂ ਕਿਸ ਰਾਜੇ ਦੇ ਖੰਡ ਜਾਏ ਵੜੀਏਂਗੇ? ਤਾਂ ਗੁਰੂ ਨਾਨਕ ਜੀ ਕਹਿਆ, ਪੁਲਿਸਤ ਖੰਡ ਲੰਕਾ ਸ਼ਹਿਰ ਰਾਜੇ ਪੁਲਿਸਤ ਦਾ ਹੈ, ਉੱਥੇ ਦਾ ਰਾਜਾ ਭਬੀਸ਼ਨ ਹੈ ਅਤੇ ਲਿਖਣ ਵਾਲਾ ਸਿਰੋਂ ਪੈਰੋਂ ਲਾ ਕੇ ਗੱਪ ਮਾਰ ਰਿਹਾ ਹੈ। ਕਦੀ ਐਡਾ ਵੀ ਅਨਰਥ ਹੋਇਆ ਹੈ ਕਿ ਲਿਖਣ ਵਾਲਾ ਸਾਰੀ ਦੀ ਸਾਰੀ ਕਿਤਾਬ ਹੀ ਗੱਪਾਂ ਨਾਲ ਭਰ ਛੱਡੇ। ਇਹ ਜਨਮ ਸਾਖੀ ਕਾਦੀ ਹੈ? ਗੁਲੀਵਰ ਦਾ ਸਫ਼ਰਨਾਮਾ ਹੈ, ਜੋ ਬੇਸਮਝਾਂ ਦੀ ਚਿੱਤ ਉਕਤਾਈ ਹਟਾਉਣ ਲਈ ਬਣਾਈ ਗਈ ਜਾਪਦੀ ਹੈ। ਕਿੱਥੇ ਲਾੜੀ ਬੰਦਰ ਇਲਾਕਾ ਸਿੰਧ ਵਿੱਚ, ਕਿੱਥੇ ਮਛਲੀ ਬੰਦਰ ਇਲਾਕਾ ਮਦਰਾਸ ਵਿੱਚ, ਕਿੱਥੇ ਲੰਕਾ ਤੇ ਕਿੱਥੇ ਭਬੀਸ਼ਨ ਦਾ ਰਾਜ।
ਇਹ ਤਾਂ ਕੋਈ ਰਮਾਇਣ ਦਾ ਸਰੋਤ ਜਾਪਦਾ ਹੈ ਜੋ ਸਮਝੀ ਬੈਠਾ ਹੈ ਕਿ ਲੰਕਾ ਵਿੱਚ ਅੱਜ ਤੀਕ ਭੀਸ਼ਣ ਦਾ ਰਾਜ ਹੈ। ਮਹਾਤਮਾ ਲਿਖਣ ਵਾਲੇ ਜੀ, ਜੇ ਆਪ ਨੂੰ ਲੰਕਾ ਦੇ ਰਾਜਿਆਂ ਦੀ ਖਬਰ ਨਹੀਂ ਸੀ ਤਾਂ ਕਿਰਪਾ ਕਰਕੇ ਮਹਾਵੰਸ ਹੀ ਪੜ੍ਹ ਲੈਂਦੇ, ਜਿਸ ਤੇ ਆਪ ਨੂੰ ਪਤਾ ਲੱਗ ਜਾਂਦਾ ਕਿ ਭੀਸ਼ਣ ਰਾਜਾ ਹੈ ਜਾਂ ਹੋਰ ਕੋਈ। ਨਾਲ ਹੀ ਇਹ ਵੀ ਸੋਚਣ ਦੀ ਗੱਲ ਹੈ ਕਿ ਲੰਕਾ ਨੂੰ ਜਾਣ ਵਾਸਤੇ ਲਾੜੀ ਬੰਦਰ ਦਾ ਕਿਹੜਾ ਰਾਹ ਹੋਇਆ। ਕੌਣ ਅਕਲ ਵਾਲਾ ਆਖੂ ਕਿ ਪਿਨਾਂਗ ਟਾਪੂ ਨੂੰ ਜਾਣ ਵਾਸਤੇ ਕਲਕੱਤਿਓਂ ਕਰਾਚੀ ਵੱਲ ਜਾਈਦਾ ਹੈ। ਧੰਨ ਹੋ ਪਿਆਰੇ ਜਨਮ ਸਾਖੀ ਦੇ ਲੇਖਕ ਜੀ ਕਰਦਾ ਹੈ ਝੁਕ ਕੇ ਆਪ ਦੇ ਖੱਬੇ ਹੱਥ ਨੂੰ ਚੁੰਮ ਲਵਾਂ ਜੋ ਐਸਾ ਮਨੋਹਰ ਲੇਖ ਲਿਖਣ ਵੇਲੇ ਮੱਖੀਆਂ ਝੱਲ ਰਿਹਾ ਹੋਵੇਗਾ। ਗੁਰੂ ਜੀ ਚੌਥ ਦਿਨ ਦਰਬੇਲੇ ਸ਼ਹਿਰ ਅੱਪੜੇ ਅਤੇ ਪੰਜਵੇਂ ਦਿਨ ਖੁਰਮੇ ਸ਼ਹਿਰ ਭਾਈ ਮਰਦਾਨੇ ਨੇ ਦੇ ਛੱਡੀ। ਗੁਰੂ ਜੀ ਫੇਰ ਸੇਤਬੰਦ ਰਾਮੇਸ਼ਰ ਅੱਪੜੇ ਅਤੇ ਉੱਥੋਂ ਸਿੱਧੇ ਅਚਲ ਬਟਾਲੇ ਥਾਣੀ ਹੁੰਦੇ ਹੋਏ ਤਲਵੰਡੀ ਆ ਗਏ। ਪਾਠਕ ਜੀ, ਇਹ ਹੈ ਦੂਜੀ ਉਦਾਸੀ ਦੀ ਵਾਰਤਾ, ਜਿਸ ਵਿੱਚ ਇੱਕ ਸਾਖੀ ਵੀ ਸੱਚੀ ਨਹੀਂ ਹੈ। ਜੋ ਕੁਝ ਹੈ ਮਨ ਘੜਤ ਹੀ ਹੈ। ਪਰਬਤਾਂ ਦੇ ਨਾਮ ਅਜੀਬ ਹਨ, ਉਹਨਾਂ ਦੇ ਫਾਸਲੇ ਅਜੀਬ ਹਨ ਤੇ ਹਰ ਪਰਬਤ ਦੀ ਸਾਖੀ ਵੀ ਅਜੀਬ ਹੈ। ਵੰਨਗੀ ਮਾਤਰ ਹਰ ਸਾਖੀ ਦਾ ਕੁਝ ਨਾ ਕੁਝ ਦੱਸ ਦਿੱਤਾ ਗਿਆ ਹੈ, ਪਰ ਇੱਕ ਗੱਲ ਰਹਿੰਦੀ ਹੈ ਜੋ ਦੂਜੀ ਉਦਾਸੀ ਨੂੰ ਛੱਡਣ ਤੋਂ ਪਹਿਲਾਂ ਦੱਸ ਲੈਂਦੀ ਬਹੁਤ ਜ਼ਰੂਰੀ ਹੈ। ਸੋ ਅੱਜ ਅਸੀਂ ਦੂਜਾ ਭਾਗ ਪੰਨਾ ਨੰਬਰ 48 ਤੱਕ ਹੀ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।